ਹੈਲੋ ਹੈਲੋ। ਹਾਂਜੀ ਸਰ। ਸਰ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਸਰ। ਵੈਲਕਮ ਸਰ। ਬਸ ਸਰ ਮੈਂ ਸਟਾਰਟ ਕਰ ਰਿਹਾ, ਡਾਕੂਮੈਂਟ ਲੱਭ ਰਿਹਾ ਸੀਗਾ। ਦੇਖੋ ਕਿੱਥੇ ਉਹਨੂੰ ਪੀਡੀਐਫ ਤੇ ਹੀ ਹੈ ਨਾ। ਹਾਂਜੀ ਹਾਂਜੀ, ਪੀਡੀਐਫ ਹੈ। ਠੀਕ ਹੈ ਜੀ। ਡਾਕੂਮੈਂਟ 'ਚ ਹੀ ਮਿਲੇਗਾ ਇੱਥੇ, ਇੱਕ ਮਿੰਟ ਹੁਣ। ਤੁਸੀਂ ਕਿੱਥੇ ਸੇਵ ਕੀਤਾ ਹੈ? ਮੈਂ ਸਰ ਆਪਣੇ ਡਾਕੂਮੈਂਟ 'ਚ ਸੇਵ ਕੀਤਾ ਹੋਇਆ ਆ ਰਿਹਾ, ਇੱਕ ਮਿੰਟ। ਠੀਕ ਹੈ ਜੀ। ਵਟਸਐਪ ਡਾਕੂਮੈਂਟ। ਹਲੋ ਸਰ, ਸ਼ੇਅਰ ਕੀਤਾ ਮੈਂ, ਦੇਖਿਓ। ਹਾਂਜੀ ਸਰ, ਜੀ ਸ਼ੇਅਰ ਹੋ ਬਿਲਕੁਲ। ਰਿਹਾ ਜੀ। ਹਾਂਜੀ ਹਾਂਜੀ। ਓਕੇ, ਠੀਕ ਹੈ। ਤੇ ਸਟਾਰਟ ਫਿਰ ਕਰਦਾ ਕਿ ਹਲੇ ਰੁਕਾਂ? 10 ਤਾਂ ਵੱਜ ਗਏ, 2 ਵੱਜ ਗਏ ਨਾ। ਰੁਕ ਜਾਓ, ਹਾਲੇ ਪਾਰਟਿਸਪੇਂਟ ਘੱਟ ਹੈ ਨਾ। ਹਾਂਜੀ, ਮੈਨੂੰ ਮਤਲਬ ਦੱਸ ਦਿਓ, ਮੈਸੇਜ ਕਰ ਦਿਓ ਚਾਹੇ। ਠੀਕ ਹੈ ਜੀ, ਮੈਂ ਬੋਲ ਦੂੰਗਾ, ਇੱਥੇ ਬੋਲ ਦੇਣਾ। ਓਕੇ ਓਕੇ, ਨੋ ਇਸ਼ੂ। ਵੀਡੀਓ ਆ ਰਹੀ ਸਰ ਮੇਰੀ? ਮੈਂ ਕਿਹਾ ਵੀਡੀਓ ਆ ਰਹੀ ਹੈ ਮੇਰੀ, ਵੀਡੀਓ? ਆ ਰਹੀ ਆ ਰਹੀ। ਓਕੇ। ਬਿਲकुल सही आ रही। ठीक है। ਵੇਟਿੰਗ ਰੂਮ ਦਾ ਡਿਸਪਲੇ ਹੋ ਜਾਂਦਾ ਸਰ ਸਾਹਮਣੇ। ਕੀ ਕਹਿੰਦੇ? ਮੈਂ ਕਿਹਾ ਮੇਰੇ ਅੱਗੇ ਵੇਟਿੰਗ ਰੂਮ ਦਾ ਮਤਲਬ ਸ਼ੋ ਹੀ ਜਾਂਦਾ, ਇਹ ਕੋਈ ਚੱਕਰ ਤਾਂ ਨਹੀਂ? ਠੀਕ ਹੈ।
हाँ जी सर, करो स्टार्ट प्लीज। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਰਬਜੀਤ ਸਿੰਘ, ਇਲੈਕਟ੍ਰੀਸ਼ੀਅਨ ਇੰਸਟ੍ਰਕਟਰ, ਗਵਰਨਮੈਂਟ ਆਈਟੀ ਪਟਿਆਲਾ, ਪੰਜਾਬ ਤੋਂ। ਤੇ ਸਟੂਡੈਂਟਸ, ਮੇਰਾ ਅੱਜ ਦਾ ਟੌਪਿਕ ਹੈ ਜੀ ਟਾਈਪਸ ਆਫ ਐਚਟੀ ਲਾਈਨ ਕੰਡਕਟਰਸ। ਕੰਡਕਟਰਸ ਬਾਰੇ ਤੁਸੀਂ ਤਾਂ ਸੁਣਿਆ ਹੀ ਹੋਏਗਾ ਕਿ ਕੰਡਕਟਰਸ ਲਾਈਨ ਮੀਨਸ ਕਿ ਕੰਡਕਟਿਵਿਟੀ ਜਿਹੜੀ ਕਿ ਇਲੈਕਟ੍ਰੋਨਸ ਨੂੰ ਪਾਸਿੰਗ ਵਾਸਤੇ ਹੈਲਪ ਕਰਦੀ ਹੈ, ਉਹਨੂੰ ਅਸੀਂ ਕੰਡਕਟਰ ਬੋਲਦੇ ਹਾਂ। ਅੱਜ ਸਾਡਾ ਜਿਹੜਾ ਐਚਟੀ ਲਾਈਨ, ਐਚਟੀ ਹੁੰਦੀ ਹੈ ਹਾਈ ਟੈਂਸ਼ਨ ਲਾਈਨ। ਐਚਟੀ ਤੇ ਐਲਟੀ ਦੋ ਲਾਈਨਸ ਹੁੰਦੀਆਂ ਆਪਣੀਆਂ। ਦੇਖੋ, ਸਭ ਤੋਂ ਪਹਿਲਾਂ ਇਹਨੂੰ ਸਮਝੋ ਕਿ ਲਾਈਨ ਕੀ ਚੀਜ਼ ਹੁੰਦੀ। ਸਟੂਡੈਂਟਸ, ਲਾਈਨ ਦੇਖੋ ਆਪਣੀ ਜਿਹੜੀ ਇਲੈਕਟ੍ਰਿਸਿਟੀ ਜਨਰੇਟ ਕਰਦੀ ਹੈ, ਜਿੱਥੇ ਸਾਡੇ ਨਾਲ 3 ਸਟੈਪਸ ਹੁੰਦੇ ਨੇ। ਇਲੈਕਟ੍ਰਿਸਿਟੀ ਸਾਡੇ ਤੱਕ ਆਉਣ ਦੇ 3 ਸਟੈਪਸ ਹੁੰਦੇ ਨੇ: ਜਨਰੇਸ਼ਨ, ਟਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ। ਹੁਣ ਜਨਰੇਸ਼ਨ ਤੋਂ ਲੈ ਕੇ ਟਰਾਂਸਮਿਸ਼ਨ ਤੋਂ ਪਾਸਿੰਗ ਹੋ ਕੇ ਡਿਸਟ੍ਰੀਬਿਊਸ਼ਨ ਤੱਕ ਜਿਹੜੀ ਇਲੈਕਟ੍ਰਿਸਿਟੀ ਸਾਡੇ ਤੱਕ ਆਉਂਦੀ ਆ, ਉਹ ਓਵਰਹੈਡ ਲਾਈਨਸ ਦੇ ਥਰੂ ਹੀ ਆਉਂਦੀ ਹੈ। ਮੀਨਸ ਕਿ ਐਚਟੀ ਲਾਈਨਸ ਦੇ ਥਰੂ ਹੀ ਆਉਂਦੀ ਹੈ। ਜਿਹੜੀਆਂ ਅਸੀਂ ਰੋਡ ਦੇ ਉੱਤੇ ਦੇਖਦੇ ਹਾਂ, ਖੇਤਾਂ 'ਚ ਦੇਖਦੇ ਹਾਂ, ਲਾਈਨਸ ਜਾਂਦੀਆਂ ਨੇ ਟਾਵਰਸ ਦੇ ਉੱਪਰ, ਪੋਲਸ ਦੇ ਉੱਪਰ ਵਾਇਰਸ ਲੱਗਦੀਆਂ ਸਾਨੂੰ ਦਿਖਦੀਆਂ ਨੇ, ਉਹਨਾਂ ਨੂੰ ਅਸੀਂ ਲਾਈਨਸ ਬੋਲਦੇ ਹਾਂ ਐਚਟੀ ਲਾਈਨ। ਤੇ ਜਿਹੜੀਆਂ ਐਚਟੀ ਲਾਈਨਸ ਹੁੰਦੀਆਂ ਮੀਨਸ ਕਿ ਹਾਈ ਟੈਂਸ਼ਨ ਲਾਈਨਸ, ਜਿਨ੍ਹਾਂ ਵਿੱਚ ਵੋਲਟੇਜ ਵੱਧ ਹੁੰਦੀ ਹੈ, ਹਜ਼ਾਰਾਂ ਵੋਲਟੇਜ ਹੁੰਦੀ ਹੈ। ਠੀਕ ਹੈ ਜੀ, ਹਜ਼ਾਰਾਂ ਦੇ ਹਿਸਾਬ ਨਾਲ ਹੁੰਦੀ ਹੈ। ਤੇ ਜਿਹੜੀ ਹੁੰਦੀ ਐਲਟੀ ਲਾਈਨ ਸਾਡੀ 400 ਵੋਲਟ ਦੀ ਹੁੰਦੀ ਹੈ। ਅਸੀਂ ਅੱਜ ਪੜ੍ਹਨਾ ਐਚਟੀ ਲਾਈਨਸ ਬਾਰੇ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕੰਡਕਟਰਸ ਬਾਰੇ ਦੱਸਾਂਗਾ। ਬੈਸਟ ਕੰਡਕਟਰਸ, ਸਟੂਡੈਂਟਸ ਜਿਹੜੇ ਕੰਡਕਟਰਸ ਨੇ ਬੈਸਟ, ਉਹ ਸਾਡਾ ਹੈਗਾ ਦੇਖੋ ਸਿਲਵਰ ਬਹੁਤ ਮਹਿੰਗਾ, ਇਸ ਲਈ ਇਸ ਨੂੰ ਯੂਜ਼ ਨਹੀਂ ਕੀਤਾ ਜਾ ਸਕਦਾ। ਉਸ ਤੋਂ ਬਾਅਦ ਜਿਹੜਾ ਆਉਂਦਾ ਕੰਡਕਟਿਵਿਟੀ 'ਚ ਬੈਸਟ ਜਿਹਨੂੰ ਮੰਨਿਆ ਜਾਂਦਾ, ਉਹ ਕੋਪਰ ਹੈ। ਤੇ ਉਸ ਤੋਂ ਬਾਅਦ ਆਉਂਦਾ ਐਲੂਮੀਨੀਅਮ। ਇਹ ਅੱਛੇ ਨੇ, ਬਟ ਇੱਕ ਜਿਹੜਾ ਐਲੂਮੀਨੀਅਮ ਹੈ, ਉਹ ਕੰਡਕਟਰ, ਉਹਦੇ 'ਚ ਰਜਿਸਟਿਵਿਟੀ ਵੱਧ ਹੈ ਤਾਂਬੇ ਦੇ ਮੁਕਾਬਲੇ। ਐਲੂਮੀਨੀਅਮ ਵਿੱਚ 60% ਮੋਰ ਰਜਿਸਟਿਵਿਟੀ ਹੈ, ਰਜਿਸਟੈਂਸ ਜ਼ਿਆਦਾ ਹੈ ਕੋਪਰ ਦੇ ਅਕੋਰਡਿੰਗ। ਆ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ, ਕੋਪਰ ਦੇ ਅਕੋਰਡਿੰਗ ਐਲੂਮੀਨੀਅਮ ਦੇ ਵਿੱਚ 60% ਜ਼ਿਆਦਾ ਰਜਿਸਟੈਂਸ ਹੈ। ਬਟ ਇਹਦੇ ਵਿੱਚ ਰਜਿਸਟੈਂਸ ਵੱਧ ਹੋਣ ਦੇ ਬਾਵਜੂਦ ਇਹਦਾ weight ਘੱਟ ਹੁੰਦਾ ਹੈ। ਐਗਜ਼ਾਮਪਲ, ਜੇ ਅਸੀਂ 2 ਰੋਡਸ ਲਈਏ, ਸੇਮ ਸਾਈਜ਼ ਸੇਮ ਡਾਇਆਮੀਟਰ ਦੀ ਹੈ, ਤੇ ਉਹਨਾਂ ਵਿੱਚ ਬੇਸ਼ੱਕ ਦੀ ਜਿਹੜੀ ਕੰਡਕਟਿਵਿਟੀ ਆ ਕੋਪਰ ਦੀ ਜ਼ਿਆਦਾ ਹੋਏਗੀ ਐਲੂਮੀਨੀਅਮ ਦੇ ਮੁਕਾਬਲੇ, ਬਟ ਇਹ ਕਿ ਉਹਦਾ weight ਵੀ ਵੱਧ ਹੋਏਗਾ ਕੰਡਕਟਰ ਦਾ। ਕੋਪਰ ਦੇ ਕੰਡਕਟਰ ਦਾ weight ਐਲੂਮੀਨੀਅਮ ਦੇ ਮੁਕਾਬਲੇ ਵੱਧ ਹੋਏਗਾ। ਆ ਦੇਖੋ, 1 ਯੂਨਿਟ ਸਾਡੇ ਕੋਲ ਤਾਂਬੇ ਦਾ ਹੈ ਤੇ 1 ਯੂਨਿਟ ਹੈ ਸਾਡੇ ਕੋਲ ਐਲੂਮੀਨੀਅਮ ਦਾ। ਐਲੂਮੀਨੀਅਮ ਦਾ ਜੇ ਅਸੀਂ ਕੰਡਕਟਿਵਿਟੀ ਵਧਾਣੀ ਹੈ ਤੇ ਉਹਦਾ ਸਾਈਜ਼ ਅਸੀਂ ਵਧਾ ਦਾਂਗੇ, ਦੁੱਗਣਾ ਕਰ ਦਾਂਗੇ। ਮੀਨਸ ਕਿ ਡਾਇਆਮੀਟਰ ਵਧਾ ਦਾਂਗੇ ਅਸੀਂ ਉਹਦਾ। ਜਦੋਂ ਡਾਇਆਮੀਟਰ ਵਧੇਗਾ ਤੇ ਓਬਵੀਅਸ ਹੈ ਕਿ ਉਹਦਾ weight ਵਧੇਗਾ, ਬਟ ਫਿਰ ਵੀ ਉਹਦਾ weight ਐਲੂਮੀਨੀਅਮ ਦਾ ਤਾਂਬੇ ਨਾਲੋਂ ਦੁੱਗਣਾ ਹੋਣ ਦੇ ਬਾਵਜੂਦ ਵੀ ਉਹਦਾ weight ਉਹਦੇ ਨਾਲੋਂ ਬਹੁਤ ਘੱਟ ਰਹੇਗਾ, 60% ਤੱਕ ਰਹੇਗਾ। ਕਿ ਉਹਦਾ 1 kg weight ਹੈ ਤੇ ਉਹਦਾ 0.66 kg ਹੀ ਰਹੇਗਾ weight। ਤੇ ਉਹਦੀ ਜਿਹੜੀ ਰਜਿਸਟਿਵਿਟੀ ਹੈ ਉਹ ਵੀ ਡਾਊਨ ਹੋਏਗੀ, ਉਹ ਘਟੇਗੀ, 20% ਹੋਰ ਡਾਊਨ ਹੋ ਜਾਏਗੀ ਤਾਂਬੇ ਨਾਲੋਂ। ਮੀਨਸ ਕਿ ਕੰਡਕਟਿਵਿਟੀ ਵੱਧ ਜਾਏਗੀ, ਸਾਈਜ਼ ਵਧਾਉਣ ਨਾਲ ਉਹਦਾ weight ਨਹੀਂ ਵਧੇਗਾ ਇੰਨਾ ਜ਼ਿਆਦਾ ਤਾਂਬੇ ਦੇ ਅਕੋਰਡਿੰਗ, ਬਟ ਇੱਕ ਉਹਦੀ ਜਿਹੜੀ ਕੰਡਕਟਿਵਿਟੀ ਉਹ ਜ਼ਰੂਰ ਵਧੇਗੀ। ਇਸ ਕਰਕੇ ਸਾਨੂੰ ਐਲੂਮੀਨੀਅਮ ਦਾ ਫਾਇਦਾ ਮਿਲੇਗਾ। ਇਸ ਕਰਕੇ ਜਦੋਂ ਵੀ ਅਸੀਂ ਲਾਈਨਸ ਵਿੱਚ ਯੂਜ਼ ਕਰਦੇ ਹਾਂ, ਜੇ ਅਸੀਂ ਡੋਮੈਸਟਿਕ ਯੂਜ਼ ਦੀ ਗੱਲ ਕਰੀਏ ਤਾਂ ਜਿਹੜੀਆਂ ਤਾਂਬੇ ਦੀ ਵਾਇਰਸ ਹੁੰਦੀਆਂ ਉਹ ਅਸੀਂ ਪਤਲੀ ਲਗਾਉਂਦੇ ਹਾਂ ਲੋਡ ਦੇ ਅਕੋਰਡਿੰਗ, ਬਟ ਜੇ ਉੱਥੇ ਐਲੂਮੀਨੀਅਮ ਦੀ ਵਾਇਰ ਅਸੀਂ ਲਗਾਉਣੀ ਹੈ, ਅਸੀਂ ਮੋਟੀ ਲਗਾਉਂਦੇ ਹਾਂ, ਸਾਈਜ਼ ਵਧਾ ਦਿੰਦੇ ਹਾਂ। ਬਟ ਉਹ ਸਾਨੂੰ ਸਸਤੀ ਵੀ ਪੈਂਦੀ ਹੈ ਤਾਂਬੇ ਨਾਲੋਂ, ਤੇ ਉਹ ਲਾਈਟ ਵੇਟ ਵੀ ਪੈਂਦੀ ਹੈ ਉਹਦਾ ਸਾਈਜ਼ ਵਧਾਉਣ ਦੇ ਬਾਵਜੂਦ ਵੀ। ਮਾਰਕੀਟ ਤੋਂ ਈਜ਼ੀਲੀ ਅਵੇਲੇਬਲ ਹੁੰਦੀ ਹੈ ਤੇ ਸਾਡੇ ਬਜਟ ਦੇ ਵਿੱਚ ਆ ਜਾਂਦੀ ਹੈ। ਠੀਕ ਹੈ, ਤੇ ਹੁਣ ਇਹਦੇ ਟਾਈਪਸ ਨੇ। ਅੱਜ ਕੱਲ੍ਹ ਪਹਿਲਾਂ ਦੇਖੋ ਮੋਸਟਲੀ ਕਿ ਹਰ ਜਗ੍ਹਾ ਦੇ ਵਿੱਚ ਪੁਰਾਣੇ ਜਿਹੜੇ ਗ੍ਰਿਡਸ ਨੇ, ਸਬਸਟੇਸ਼ਨ ਨੇ, ਜਿਹੜੀਆਂ ਲਾਈਨਸ ਨੇ, ਪਹਿਲਾਂ ਮੋਸਟਲੀ ਤਾਂਬੇ ਦੀਆਂ ਵਰਤੀਆਂ ਜਾਂਦੀਆਂ ਸੀ। ਪਰ ਹੌਲੀ ਹੌਲੀ ਟੈਕਨੋਲੋਜੀ ਇੰਨੀ ਜ਼ਿਆਦਾ ਚੇਂਜ ਹੋ ਰਹੀ ਹੈ ਕਿ ਐਲੂਮੀਨੀਅਮ ਨੂੰ ਅਸੀਂ ਇੰਨਾ ਜ਼ਿਆਦਾ ਰਿਫਾਈਨ ਕਰੀ ਜਾ ਰਹੇ ਹਾਂ, ਉਹਦੇ ਟਾਈਪਸ ਬਣਾ ਰਹੇ ਹਾਂ ਕਿ ਉਹਦੇ ਸਾਨੂੰ ਕਿੰਨੇ ਸਾਰੇ ਟਾਈਪਸ ਮਿਲ ਗਏ ਨੇ, ਜਿਹਨੂੰ ਅਸੀਂ ਆਪਣੇ ਲੋਡ ਦੇ ਅਕੋਰਡਿੰਗ, ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ, ਆਪਣੇ ਜਿੱਥੇ ਸਾਨੂੰ ਜਿਸ ਤਰ੍ਹਾਂ ਦੀ ਜ਼ਰੂਰਤ ਹੈ ਉੱਥੇ ਅਸੀਂ ਉਸ ਤਰ੍ਹਾਂ ਦਾ ਕੰਡਕਟਰ ਉਹਨੂੰ ਅਸੀਂ ਲਗਾ ਲੈਂਦੇ ਹਾਂ। ਹੁਣ ਦੇਖੋ, ਸੋਲਿਡ ਹੈ, ਹੋਲੋ ਹੈ, ਸਟ੍ਰੈਂਡਡ ਹੈ, ਡਬਲ AC,
ट्रिपल AC, ACSR, ACSS, ACCR, ACCC। ਇਹ ਕੰਡਕਟਰਸ ਬਾਰੇ ਅਸੀਂ ਅੱਗੇ ਡਿਫਾਈਨ ਚ ਪੜਾਂਗੇ, ਡਿਟੇਲ ਚ ਪੜਾਂਗੇ। ਬਟ ਇੰਨੀ ਜ਼ਿਆਦਾ ਆਪਣੀ ਟੈਕਨੀਕਸ ਐਡਵਾਂਸ ਹੋ ਚੁੱਕੀਆਂ ਨੇ ਕਿ ਸਾਨੂੰ ਇੰਨੇ ਵਧੀਆ ਕੰਡਕਟਰਸ ਮਿਲ ਗਏ ਨੇ ਜਿਹੜੇ ਕਿ ਸਾਨੂੰ ਬਜਟ ਦੇ ਵਿੱਚ ਆਉਂਦੇ ਨੇ, ਸਸਤੇ ਪੈਂਦੇ ਨੇ ਤੇ ਉਹਨਾਂ ਦਾ weight ਵੀ ਹਲਕਾ ਹੈ, ਤਾਂ ਕਿ ਸਾਡੇ ਜਿਹੜੇ ਪੋਲਸ ਨੇ, ਟਾਵਰਸ ਨੇ, ਉਹਨਾਂ ਤੇ ਐਕਸਟਰਾ weight ਨਹੀਂ ਪੈਂਦਾ, ਸਾਡੇ ਇਨਸੂਲੇਟਰਸ ਦੇ ਉੱਪਰ ਐਕਸਟਰਾ weight ਨਹੀਂ ਪੈਂਦਾ, ਜਿਹਦੇ ਨਾਲ ਸਾਡੀ ਮੇਨਟੇਨੈਂਸ ਘਟਦੀ ਹੈ, ਕੋਸਟ ਵੀ ਸਾਡੀ ਘਟਦੀ ਹੈ ਤੇ ਸਾਡੀ ਸੇਫਟੀ ਰਹਿੰਦੀ ਹੈ। ਜਿਵੇਂ ਕਿ ਅਸੀਂ ਇਲੈਕਟ੍ਰੋਨਸ ਨੂੰ ਸਪਲਾਈ ਨੇ, ਇਲੈਕਟ੍ਰਿਸਿਟੀ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਅਸੀਂ ਟ੍ਰਾਂਸਫਰ ਕਰਨਾ ਹੈ ਜਿਹੜਾ, ਉਹ ਸਾਨੂੰ ਸਸਤਾ ਪੈਂਦਾ ਹੈ। ਨੈਕਸਟ ਦੇਖੋ ਸੋਲਿਡ। ਸਭ ਤੋਂ ਪਹਿਲਾ ਕੰਡਕਟਰ ਹੈ ਸੋਲਿਡ। ਇਹ ਸਬਸਟੇਸ਼ਨ ਬੱਸ ਬਾਰ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਸਬਸਟੇਸ਼ਨ ਗ੍ਰਿਡ ਹੁੰਦੇ ਜਿਹੜੇ, ਸਬਸਟੇਸ਼ਨ ਦੇ ਵਿੱਚ ਜਿੱਥੇ ਪੋਲਸ ਲੱਗਦੇ ਨੇ, ਜਿੱਥੇ ਸਪਲਾਈ ਇਨਕਮਿੰਗ ਹੁੰਦੀ ਹੈ, ਆਊਟਗੋਇੰਗ ਹੁੰਦੀ ਹੈ, ਜਾਂਦੀ ਹੈ, ਉੱਥੇ ਅਸੀਂ ਇੱਥੇ ਪੋਲਸ ਦੇ ਵਿੱਚ ਮੀਨਸ ਕਿ ਇਹ ਕੰਡਕਟਰ ਬਾਰ ਟਾਈਪ ਹੁੰਦਾ, ਰੋਡ ਹੁੰਦੀ ਹੈ, ਜਿਵੇਂ ਤੁਸੀਂ ਨਾਰਮਲੀ ਦੇਖ ਸਕਦੇ ਹੋ ਪਿਕਚਰ ਦੇ ਵਿੱਚ, ਇੱਕ ਰੋਡ ਹੁੰਦੀ ਹੈ, ਸ਼ਾਰਟ ਲੈਂਥ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਇਹ ਸਿਰਫ ਪਿਓਰ ਐਲੂਮੀਨੀਅਮ ਹੁੰਦਾ ਹੈ, ਬਟ ਇਹ ਹਾਰਡ ਹੁੰਦਾ, ਇੱਕ ਤਰ੍ਹਾਂ ਦਾ ਸੋਲਿਡ ਹੁੰਦਾ ਹੈ, ਵਾਇਰ ਟਾਈਪ ਨਹੀਂ ਹੁੰਦਾ, ਇੱਕ ਮੋਟੀ ਰੋਡ ਹੁੰਦੀ ਹੈ, ਜਿਸ ਤਰ੍ਹਾਂ ਸਾਨੂੰ ਪਿਕਚਰ ਦੇ ਵਿੱਚ ਸ਼ੋ ਹੋ ਰਹੀ ਹੈ, ਡਾਇਮੀਟਰ ਦੇ ਸਾਈਜ਼ ਦੇ ਵਿੱਚ ਇਹ ਪ੍ਰੋਪਰ ਇੱਕ ਰੋਡ ਟਾਈਪ ਹੁੰਦਾ ਹੈ ਸੋਲਿਡਲੀ। ਇਹਨੂੰ ਮਤਲਬ ਕਿ ਪੋਲ ਟੂ ਪੋਲ ਲਗਾਇਆ ਜਾਂਦਾ ਹੈ ਤੇ ਇਹ ਜ਼ਿਆਦਾ ਲੈਂਥ ਵਿੱਚ ਨਹੀਂ ਆਉਂਦਾ, ਕਿਉਂਕਿ ਟਰਾਂਸਪੋਰਟੇਸ਼ਨ ਮਹਿੰਗੀ ਪੈਂਦੀ ਹੈ, ਕਿਤੇ ਵੀ ਇਹਨੂੰ ਰੱਖਣਾ ਹੈ, ਕਿਤੇ ਪਲੇਸ ਕਰਨਾ ਹੈ, ਕਿਤੇ ਅਸੀਂ ਟਰਾਂਸਪੋਰਟੇਸ਼ਨ 'ਚ ਲੈ ਕੇ ਆ ਰਹੇ ਹਾਂ ਟਰੱਕ ਦੇ ਥਰੂ ਜਾਂ ਕਿਸੇ ਹੋਰ ਆਪਣੇ ਟਰਾਂਸਪੋਰਟੇਸ਼ਨ ਦੇ ਥਰੂ, ਇਹਨੂੰ ਲੈ ਕੇ ਆਉਣਾ ਬਹੁਤ ਔਖਾ ਹੈ ਜੇ ਇਹਦੀ ਲੈਂਥ ਵਧੇਗੀ, ਇਸ ਲਈ ਇਹਨੂੰ ਸ਼ਾਰਟ ਲੈਂਥ ਵਿੱਚ ਯੂਜ਼ ਕੀਤਾ ਜਾਂਦਾ ਹੈ ਤੇ ਕਿ ਇਹ ਪੋਲਸ ਟੂ ਪੋਲ ਮੀਨਸ ਕਿ ਜ਼ਿਆਦਾ ਲੈਂਥੀ ਯੂਜ਼ ਨਹੀਂ ਕੀਤਾ ਜਾਂਦਾ, ਇਸ ਕਰਕੇ ਬੱਸ ਬਾਰ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਇਹ ਓਵਰਹੈਡ ਲਾਈਨਸ ਦੇ ਵਿੱਚ ਵਰਤਿਆ ਨਹੀਂ ਜਾਂਦਾ, ਇਹ ਸਿਰਫ ਬੱਸ ਬਾਰ ਦੇ ਵਿੱਚ ਗ੍ਰਿਡ ਦੇ ਵਿੱਚ ਯੂਜ਼ ਹੁੰਦਾ ਹੈ। ਆ ਤੁਸੀਂ ਦੇਖ ਸਕਦੇ ਹੋ ਨੈਕਸਟ ਪਿਕਚਰ ਦੇ ਵਿੱਚ, ਇਹ ਰੋਡਸ ਇਸ ਤਰ੍ਹਾਂ ਲੱਗੀਆਂ ਹੋਈਆਂ, ਕੰਡਕਟਰਸ ਇਸ ਤਰ੍ਹਾਂ ਲੱਗੇ ਹੋਏ ਨੇ, ਸ਼ਾਰਟ ਲੈਂਥ ਦੇ ਵਿੱਚ ਵਰਤਿਆ ਜਾ ਰਿਹਾ ਹੈ ਸਾਡੀ ਬੱਸ ਬਾਰ ਦੇ ਵਿੱਚ, ਜਿੱਥੇ ਸਾਡੀ ਮੀਨਸ ਕਿ ਹਾਈ ਐਂਪੀਅਰ ਰੇਟਿੰਗ ਉੱਥੇ ਚੱਲਦੀ ਹੈ, ਉੱਥੇ ਅਸੀਂ ਇਹਨੂੰ ਯੂਜ਼ ਕਰਦੇ ਹਾਂ। ਨੈਕਸਟ ਦੇਖੋ ਅਸੀਂ ਹੋਲੋ ਕੰਡਕਟਰ। ਹੋਲੋ ਕੰਡਕਟਰ ਹੈ ਇੱਕ ਤਰ੍ਹਾਂ ਦਾ ਰੋਡ ਟਾਈਪ ਹੀ ਹੈ, ਬਟ ਇਹ ਅੰਦਰ ਇਹਦੇ ਹੋਲ ਹੈ, ਖਾਲੀ ਹੁੰਦਾ ਅੰਦਰੋਂ। ਇਹ ਉੱਥੇ ਯੂਜ਼ ਕੀਤਾ ਜਾਂਦਾ ਜਿੱਥੇ ਹਾਈ ਐਂਪੀਅਰ ਰੇਟਿੰਗ ਚੱਲਦੀ ਹੈ ਤੇ ਇਹਦੀ ਕੂਲਿੰਗ ਵਾਸਤੇ ਅੰਦਰ ਇਹਦੇ ਹੋਲ ਰੱਖਿਆ ਹੁੰਦਾ ਵੀ ਇਹਦੀ ਕੂਲਿੰਗ ਟਾਈਮ ਟੂ ਟਾਈਮ ਹੁੰਦੀ ਰਹੇ, ਤਾਂ ਕਿ ਇਸ ਤੇ ਕੋਈ ਇਫੈਕਟ ਨਾ ਪਵੇ, ਕਿਉਂਕਿ ਹਾਈ ਐਂਪੀਅਰ ਰੇਟਿੰਗ ਇਸ ਤੇ ਚੱਲਦੀ ਹੈ। ਸ਼ਾਰਟ ਲੈਂਥ ਵਾਸਤੇ ਇਹ ਵੀ ਯੂਜ਼ ਕੀਤਾ ਜਾਂਦਾ ਹੈ, ਕਿਉਂਕਿ ਇਹ ਫਲੈਕਸੀਬਲ ਮਟੀਰੀਅਲ ਨਹੀਂ ਹੈ, ਇਹ ਹਾਰਡ ਮਟੀਰੀਅਲ ਹੈ, ਇਹ ਬੈਂਡ ਨਹੀਂ ਹੋ ਸਕਦਾ, ਕਿਸੇ ਤਰ੍ਹਾਂ ਦਾ ਰੋਲ ਨਹੀਂ ਹੋ ਸਕਦਾ ਇਹਨੂੰ, ਇਹ ਇਸ ਤਰ੍ਹਾਂ ਦੀ ਲੈਂਥ ਵਿੱਚ ਆਉਂਦਾ ਹੈ, ਇਸ ਲਈ ਇਹਨੂੰ ਇਸ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ। ਆ ਤੁਸੀਂ ਪਿਕਚਰ ਵਿੱਚ ਦੇਖ ਸਕਦੇ ਹੋ ਕਿ ਇਹ ਇਸ ਤਰ੍ਹਾਂ ਦਾ ਹੋਲੋ ਕੰਡਕਟਰ ਇਸ ਤਰ੍ਹਾਂ ਹੀ ਬੱਸ ਬਾਰ ਦੇ ਵਿੱਚ, ਟਾਵਰਸ ਦੇ ਵਿੱਚ ਯੂਜ਼ ਕੀਤਾ ਜਾਂਦਾ, ਜਿੱਥੇ ਛੋਟੇ ਛੋਟੇ ਅਸੀਂ ਗੈਪਸ ਰੱਖੇ ਹੋਣਗੇ, ਜ਼ਿਆਦਾ ਗੈਪ ਨਹੀਂ ਹੋਣਗੇ ਸ਼ਾਰਟ ਲੈਂਥ ਵਾਸਤੇ। ਨੈਕਸਟ ਤੁਸੀਂ ਦੇਖੋ ਆਪਣਾ ਸਟੈਂਡਰਡ ਕੀ ਹੁੰਦਾ। ਸਟੈਂਡਸ ਸਾਡੇ ਦੇਖੋ ਵਾਲ ਟਾਈਪਸ ਹੁੰਦੇ ਨੇ, ਜਿਵੇਂ ਕਿ ਪਤਲੀਆਂ ਪਤਲੀਆਂ ਤਾਰਾਂ ਨੂੰ ਇੱਕ ਜਗ੍ਹਾ ਤੇ ਗੁੱਛਾ ਬਣਾ ਕੇ ਉਹਨਾਂ ਨੂੰ ਰੱਖਿਆ ਜਾਂਦਾ, ਪਤਲੇ ਪਤਲੇ ਸਟੈਂਡਸ ਨੂੰ, ਇਹ ਪਤਲੇ ਪਤਲੇ ਸਟੈਂਡਸ ਨੂੰ ਮਿਲਾ ਕੇ ਇੱਕ ਵਾਇਰ ਬਣਾਈ ਜਾਂਦੀ ਹੈ, ਕੰਡਕਟਰ ਇੱਕ ਬਣਾਇਆ ਜਾਂਦਾ ਪ੍ਰੋਪਰ ਇੱਕ, ਜਿਹਦੇ 'ਚ ਫਲੈਕਸੀਬਿਲਿਟੀ ਵੱਧ ਹੁੰਦੀ ਹੈ ਤੇ ਈਜ਼ੀ ਟੂ ਟਰਾਂਸਪੋਰਟ ਹੁੰਦਾ ਹੈ। ਇਹ ਹਾਰਡ ਨਹੀਂ ਹੁੰਦਾ, ਫਲੈਕਸੀਬਿਲਿਟੀ ਵੱਧ ਹੁੰਦੀ, ਕਿਉਂਕਿ ਜੇ ਅਸੀਂ ਇੰਨੇ ਇਸੇ ਡਾਇਮੀਟਰ ਦਾ, ਇਸੇ ਸਾਈਜ਼ ਦਾ ਕੋਈ ਹੋਰ ਲੈਂਦੇ ਆ ਵਾਇਰ, ਕੋਈ ਰੋਡ ਲੈਂਦੇ ਆ, ਕੰਡਕਟਰ ਲੈਂਦੇ ਆ ਕੋਈ, ਤੇ ਉਹਦੀ ਫਲੈਕਸੀਬਿਲਿਟੀ ਨਹੀਂ ਹੋਏਗੀ, ਕਿਉਂਕਿ ਉਹ ਹਾਰਡ ਮਟੀਰੀਅਲ ਹੋਏਗਾ। ਇਸ ਲਈ ਉਸੇ ਸਾਈਜ਼ ਦੇ ਵਿੱਚ, ਉਸੇ ਡਾਇਮੀਟਰ ਦੇ ਵਿੱਚ ਅਸੀਂ ਪਤਲੇ ਪਤਲੇ ਸਟੈਂਡਸ ਦੇ ਨਾਲ ਉਸੇ ਸਾਈਜ਼ ਦਾ ਕੰਡਕਟਰ ਅਸੀਂ ਬਣਾਇਆ ਕਿ ਜਿਹੜਾ ਕਿ ਫਲੈਕਸੀਬਿਲਿਟੀ ਜਿਹਦੇ 'ਚ ਹੋਏਗੀ, ਜਿਹੜਾ ਕਿ ਬੈਂਡ ਹੋ ਸਕਦਾ ਹੈ, ਮੀਨਸ ਕਿ ਉਹਦੀ ਟਰਾਂਸਪੋਰਟੇਸ਼ਨ ਈਜ਼ੀ ਹੋ ਸਕਦੀ ਹੈ, ਉਹਨੂੰ ਅਸੀਂ ਰੋਲ ਕਰ ਸਕਦੇ ਹਾਂ। ਆ ਦੇਖੋ ਨੈਕਸਟ ਸਲਾਈਡ ਦੇ ਵਿੱਚ, ਇਹ ਡਰਮਸ ਦੇ ਉੱਪਰ ਰੋਲ ਕੀਤਾ ਹੁੰਦਾ ਹੈ, ਕਈ ਮੀਟਰ ਵੱਡੀ ਲੈਂਥ ਹੁੰਦੀ ਹੈ, ਜਿੰਨੀ ਕਿ ਇੱਕ ਛੋਟੇ ਜਿਹੇ ਡਰਮ ਸਾਈਜ਼ ਦੇ ਉੱਤੇ ਰੋਲ ਹੋ ਜਾਂਦੀ ਹੈ, ਜਿਹਨੂੰ ਕਿ ਟਰਾਂਸਪੋਰਟੇਸ਼ਨ ਈਜ਼ੀ ਹੁੰਦੀ ਹੈ ਤੇ ਜਿਹਦੀ ਪਲੇਸ ਮਤਲਬ ਕਿ ਜਿਹਨੂੰ ਅਸੀਂ ਰੱਖ ਰਖਾਵ ਜਿਹੜਾ ਅਸੀਂ ਕਹਿੰਦੇ ਹਾਂ, ਉਹਦਾ ਰੱਖ ਰਖਾਵ ਵੀ ਈਜ਼ੀਲੀ ਹੁੰਦਾ ਹੈ। ਇਸ ਲਈ ਇਸ ਤਰ੍ਹਾਂ ਦੇ ਕੰਡਕਟਰਸ ਜ਼ਿਆਦਾ ਵਰਤੇ ਜਾਂਦੇ ਨੇ, ਇਹ ਸਾਡੇ ਓਵਰਹੈਡ ਲਾਈਨਸ ਦੇ ਵਿੱਚ ਵਰਤਿਆ ਜਾਂਦਾ ਹੈ। ਬਟ ਇਹਦੇ ਵਿੱਚ ਇੱਕ ਪ੍ਰੋਬਲਮ ਇਹ ਆਉਂਦੀ ਹੈ ਕਿ ਇਹ ਪ੍ਰੋਪਰ ਐਲੂਮੀਨੀਅਮ ਹੈ, ਐਲੂਮੀਨੀਅਮ ਹੁੰਦਾ ਜਿਹੜਾ ਉਹ ਉਹਦੀ ਮਕੈਨੀਕਲ ਸਟਰੈਂਥ ਨਹੀਂ ਹੁੰਦੀ, ਮੀਨਸ ਕਿ ਉਹ ਇੱਕ ਤਰ੍ਹਾਂ ਦਾ ਫਲੈਕਸੀਬਲ ਮਟੀਰੀਅਲ ਹੁੰਦਾ ਹੈ,
ਜਿਹੜਾ ਕਿ ਜਲਦੀ ਬੈਂਡ ਹੋ ਜਾਂਦਾ ਹੈ। ਇਹਦੇ 'ਚ ਇੰਨੀ ਹਾਰਡਨੈਸ ਨਹੀਂ ਹੁੰਦੀ। ਜਦੋਂ ਅਸੀਂ ਪੋਲ ਟੂ ਪੋਲ ਇਹਨੂੰ ਲਗਾਉਂਦੇ ਹਾਂ, ਇਹ ਵਿੱਚੋਂ ਬੈਂਡ ਹੋ ਜਾਂਦਾ ਹੈ। ਜੇ ਅਸੀਂ ਜ਼ਿਆਦਾ ਗੈਪ ਲਗਾ ਦਾਂਗੇ ਇਹਦੇ ਵਿੱਚ, ਤੇ ਗੈਪ ਦੇ ਅਕੋਰਡਿੰਗ ਮੀਨਸ ਕਿ ਸੈਗ ਇਹਦੇ 'ਚ ਵੱਧ ਆਏਗਾ ਤੇ ਮਕੈਨੀਕਲ ਸਟਰੈਂਥ ਨਹੀਂ ਹੋਏਗੀ, ਬ੍ਰੇਕ ਹੋ ਸਕਦਾ ਵਿੱਚੋਂ, ਕਿਉਂਕਿ ਇਹ ਲਟਕੇਗਾ। ਫਲੈਕਸੀਬਿਲਿਟੀ ਬਹੁਤ ਜ਼ਿਆਦਾ ਹੁੰਦੀ ਹੈ, ਹਾਰਡਨੈਸ ਨਹੀਂ ਹੁੰਦੀ। ਇੱਕ ਇਹੋ ਜਿਹਾ ਕੰਡਕਟਰ ਬਣਾਇਆ ਗਿਆ, ਨੈਕਸਟ ਸਲਾਈਡ ਦੇ ਵਿੱਚ ਦਿਖਾਵਾਂਗਾ, ਜਿਹਦੇ ਵਿੱਚ ਅਸੀਂ ਸਟੀਲ ਵਾਇਰਸ ਪਾਈਆਂ ਨੇ। ਆ ਦਿਖਾਣਾ ਤੁਹਾਨੂੰ, ਐਲੂਮੀਨੀਅਮ, AAC, ਆਲ ਐਲੂਮੀਨੀਅਮ ਕੰਡਕਟਰ, ਪਿਓਰ ਐਲੂਮੀਨੀਅਮ ਹੈ। 99.79% ਹੈ ਜਿਹੜਾ ਪਿਓਰ ਐਲੂਮੀਨੀਅਮ ਹੈ। ਇਹਦੀ ਰੈਜ਼ਿਸਟੈਂਸ ਨਹੀਂ, ਮੀਨਸ ਕਿ ਇਹਦੀ ਰੈਜ਼ਿਸਟੈਂਟ ਹੈ, ਕਰੋਜ਼ਨ ਨਹੀਂ ਹੁੰਦੀ ਇਸ ਤੇ। ਜਿਵੇਂ ਅਸੀਂ ਤਾਂਬੇ ਦੇ ਉੱਤੇ ਦੇਖੀਏ ਕਿ ਤਾਂਬੇ ਨੂੰ ਅਸੀਂ ਇੱਕ ਦਿਨ ਵੀ ਰੱਖੀਏ, ਉਸ ਤੇ ਹਲਕਾ ਜਿਹਾ ਮੋਇਸਚਰ ਜੇ ਉਹਨੂੰ ਲੱਗ ਜਾਵੇ ਤੇ ਆਕਸੀਜਨ ਦੇ ਨਾਲ ਉਹਦੇ ਤੇ ਇੱਕ ਲੇਅਰ ਬਣ ਜਾਂਦੀ ਬਲੈਕ ਕਲਰ ਦੀ, ਉਸ ਤੇ ਜੰਗ ਲੱਗ ਜਾਂਦਾ ਹੈ। ਤੇ ਇਹ ਜੰਗ ਰਹਿਤ ਹੈ, ਇਹਦੇ ਤੇ ਕੋਈ ਜੰਗ ਨਹੀਂ ਲੱਗਦਾ। ਪਿਓਰ ਐਲੂਮੀਨੀਅਮ ਦੇ ਉੱਤੇ, ਪਿਓਰ ਐਲੂਮੀਨੀਅਮ ਉੱਤੇ ਬਿਲਕੁਲ ਜੰਗ ਨਹੀਂ ਲੱਗਦਾ, ਕਿ ਪਿਓਰ ਤਾਂਬੇ ਦੇ ਉੱਤੇ ਜੰਗ ਲੱਗਦਾ ਹੈ ਈਜ਼ੀਲੀ। ਇਸ ਲਈ ਇਹਨੂੰ ਜ਼ਿਆਦਾਤਰ ਯੂਜ਼ ਕੀਤਾ ਜਾਂਦਾ ਕੋਸਟਲ ਏਰੀਆ ਦੇ ਵਿੱਚ, ਜਿੱਥੇ ਹਮੇਸ਼ਾ ਨਮੀ ਰਹਿੰਦੀ। ਸਮੁੰਦਰੀ ਕਿਨਾਰੇ ਹੋ ਗਏ, ਜਿੱਥੇ ਕੋਈ ਨਹਿਰ ਚੱਲਦੀ ਹੈ, ਕੋਈ ਦਰਿਆ ਹੈ, ਉਹਦੇ ਕਿਨਾਰੇ ਮੋਇਸਚਰ ਰਹਿੰਦਾ ਜ਼ਿਆਦਾਤਰ, ਉੱਥੇ ਇਸ ਤਰ੍ਹਾਂ ਦੇ ਕੰਡਕਟਰ ਨੂੰ ਯੂਜ਼ ਕੀਤਾ ਜਾਂਦਾ ਹੈ ਕਿ ਉਹਦੇ ਤੇ ਮੋਇਸਚਰ ਦੇ ਨਾਲ ਕੋਈ ਇਫੈਕਟ ਨਾ ਪਵੇ, ਕਿਉਂਕਿ ਉਹ ਪਿਓਰਿਟੀ ਇਹਦੀ ਇੰਨੀ ਹੈ ਕਿ ਇਹਦੇ ਤੇ ਜੰਗ ਬਿਲਕੁਲ ਨਹੀਂ ਲੱਗਦਾ ਐਲੂਮੀਨੀਅਮ ਦੇ ਉੱਪਰ। ਇਸ ਲਈ ਇਹਨੂੰ ਇਸ ਤਰ੍ਹਾਂ ਦੇ ਏਰੀਆ ਦੇ ਵਿੱਚ ਲਗਾਇਆ ਜਾਂਦਾ ਹੈ। ਤੇ ਇਹਦੀ ਟੈਂਸਾਈਲ ਸਟਰੈਂਥ ਘੱਟ ਹੁੰਦੀ ਹੈ, ਕਿਉਂਕਿ ਮਕੈਨੀਕਲ ਸਟਰੈਂਥ ਇਹਦੀ ਘੱਟ ਹੈ। ਜ਼ਿਆਦਾ ਖਿਚਾਅ ਨਹੀਂ ਕਰ ਸਕਦੇ ਅਸੀਂ ਇਹਨੂੰ, ਜ਼ਿਆਦਾ ਦੂਰੀ ਤੇ ਪੋਲਸ ਅਸੀਂ ਨਹੀਂ ਲਗਾ ਸਕਦੇ, ਕਿਉਂਕਿ ਇਹਦੇ ਵਿੱਚ ਹਾਰਡਨੈਸ ਨਹੀਂ ਹੁੰਦੀ, ਇਹਦੀ ਆਪਣੀ ਮਕੈਨੀਕਲ ਸਟਰੈਂਥ ਇੰਨੀ ਜ਼ਿਆਦਾ ਸਟਰੋਂਗ ਨਹੀਂ ਹੁੰਦੀ। ਆਲ ਐਲੂਮੀਨੀਅਮ ਅਲੋਏ, ਆਲ ਐਲੂਮੀਨੀਅਮ ਅਲੋਏ, ਆਲ ਐਲੂਮੀਨੀਅਮ ਦਾ ਮਤਲਬ ਹੈ ਕਿ ਪ੍ਰੋਪਰ ਐਲੂਮੀਨੀਅਮ ਦੇ ਵਿੱਚ ਅਲੋਏ ਮਿਕਸ ਕੀਤਾ ਗਿਆ, ਮੀਨਸ ਕਿ ਅਲੋਏ ਮਟੀਰੀਅਲ ਇੱਕ ਬਣਾਇਆ ਗਿਆ ਹੈ ਵੱਖ-ਵੱਖ ਮੈਟਲਸ ਨੂੰ ਮਿਲਾ ਕੇ, ਬਟ ਉਹਦੇ ਵਿੱਚ ਐਲੂਮੀਨੀਅਮ ਦੀ ਮਾਤਰਾ ਵੱਧ ਰੱਖੀ ਗਈ ਹੈ। ਜੰਗ ਇਹਨੂੰ ਵੀ ਨਹੀਂ ਲੱਗਦੀ। ਟੈਂਸਾਈਲ ਸਟਰੈਂਥ ਦੀ ਵੱਧ ਹੈ, ਕਿਉਂਕਿ ਐਲੂਮੀਨੀਅਮ ਅਲੋਏ ਮਟੀਰੀਅਲ ਹੁੰਦਾ ਜਿਹੜਾ, ਉਹ ਹਾਰਡ ਹੁੰਦਾ, ਉਹ ਹਾਰਡ ਹੁੰਦਾ, ਉਹਦੀ ਮਕੈਨੀਕਲ ਸਟਰੈਂਥ ਆਪਣੀ ਹੁੰਦੀ ਹੈ, ਸਟਰੋਂਗ ਹੁੰਦਾ। ਇਸ ਕਰਕੇ ਇਹ ਅਲੋਏ ਮਟੀਰੀਅਲ ਹੈ ਜਿਹੜਾ, ਇਹਦੀ ਟੈਂਸਾਈਲ ਸਟਰੈਂਥ ਅੱਛੀ ਹੁੰਦੀ ਹੈ ਸਟੈਂਡਰਡ ਐਲੂਮੀਨੀਅਮ ਨਾਲੋਂ। ਸਟੈਂਡਰਡ ਐਲੂਮੀਨੀਅਮ ਕੰਡਕਟਰ ਨਾਲੋਂ ਐਲੂਮੀਨੀਅਮ ਅਲੋਏ ਦੀ ਟੈਂਸਾਈਲ ਸਟਰੈਂਥ ਅੱਛੀ ਹੁੰਦੀ ਹੈ, ਤੇ ਇਹਨੂੰ ਅਸੀਂ ਵੱਧ ਸਪੈਨ ਤੱਕ ਲਗਾ ਸਕਦੇ ਹਾਂ। ਮੀਨਸ ਕਿ ਜਿਹੜੇ ਟਾਵਰਸ ਦੀ ਦੂਰੀ ਅਸੀਂ ਰੱਖਾਂਗੇ ਉਹ ਵਧਾ ਸਕਦੇ ਹਾਂ, ਅਸੀਂ ਦੂਰੀ ਤੇ ਲਗਾ ਸਕਦੇ ਹਾਂ ਉਹ ਟਾਵਰ ਦੀ। ਤੇ ਰੇਲਵੇ ਕ੍ਰੋਸਿੰਗ, ਰਿਵਰ ਦੇ ਕ੍ਰੋਸਿੰਗ ਹਿਲੀ ਏਰੀਆਜ਼ ਦੇ ਵਿੱਚ ਮੋਸਟਲੀ ਵਰਤਿਆ ਜਾਂਦਾ ਹੈ, ਕਿ ਜਿੱਥੇ ਸਾਨੂੰ ਟਾਵਰਸ ਦੀ ਦੂਰੀ ਵਧਾਉਣੀ ਪੈਂਦੀ ਹੈ, ਕਿਉਂਕਿ ਇੱਕ ਰਿਵਰ ਜੇ ਵਿੱਚ ਆ ਗਈ, ਉਹਦੇ ਸਾਨੂੰ ਕਿਨਾਰਿਆਂ ਤੇ ਟਾਵਰਸ ਲਗਾਉਣਾ ਪਏਗਾ। ਸਪੋਜ਼ ਕਰੋ ਜੇ 20 ਫੁੱਟ ਦੀ ਜਾਂ 25 ਫੁੱਟ ਦਾ ਦਰਿਆ ਹੈ, ਕੁਛ ਇੱਦਾਂ ਦੀ ਨਦੀ ਹੈ ਜਾਂ ਇਸ ਤੋਂ ਵੱਧ ਹੈ, ਤੇ ਉਹਦੇ ਵਿੱਚ ਜਿਹੜੇ ਜੇ ਕ੍ਰੋਸਿੰਗ ਹੋ ਰਹੀ ਹੈ ਤੇ ਉਹਦੇ ਸੈਂਟਰ ਤੱਕ ਕੋਈ ਇੱਦਾਂ ਦਾ ਲੱਗ ਨਹੀਂ ਸਕਦਾ, ਕਿਨਾਰਿਆਂ ਤੇ ਹੀ ਟਾਵਰਸ ਲੱਗਣਗੇ। ਤੇ ਇਸ ਲਈ ਨਮੀ ਤੋਂ ਵੀ ਰਹਿਤ ਹੁੰਦਾ ਹੈ, ਤੇ ਇਹਨੂੰ ਅਸੀਂ ਸਪੈਨ ਵਧਾ ਕੇ ਉੱਥੇ ਲਗਾ ਸਕਦੇ ਹਾਂ, ਕਿਉਂਕਿ ਟੈਂਸਾਈਲ ਸਟਰੈਂਥ ਇਹਦੀ ਅੱਛੀ ਹੈ। ਠੀਕ ਹੈ ਜੀ। ਨੈਕਸਟ ਹੈ ਸਟੂਡੈਂਟ ਸਾਡਾ ACSR ਕੰਡਕਟਰ। ਜਿਹੜਾ ACSR ਹੁੰਦਾ ਹੈ, ਮੀਨਸ ਕਿ ਇਹਦੇ ਵਿੱਚ ਐਲੂਮੀਨੀਅਮ ਕੰਡਕਟਰ ਸਟੀਲ ਰੇਨਫੋਰਸ ਹੁੰਦਾ ਹੈ। ਇਹ ਨਾਰਮਲੀ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ ਲੋਕਲ, ਮੀਨਸ ਕਿ ਜਿਹੜੇ ਓਵਰਹੈਡ ਲਾਈਨਸ ਆ ਰਹੀਆਂ ਨੇ ਉਹਦੇ ਵਿੱਚ ਉਹ ਇਹੀ ਲਾਈਨਸ ਹੁੰਦੀਆਂ ਨੇ, ਇਹੀ ਕੰਡਕਟਰ ਹੁੰਦਾ ਹੈ ACSR। ਇਹਦੇ ਵਿੱਚ ਅੰਦਰ ਸਟੀਲ ਦੀ ਵਾਇਰਸ ਯੂਜ਼ ਕੀਤੀ ਜਾਂਦੀ ਹੈ ਇਹਦੀ ਟੈਂਸਾਈਲ ਸਟਰੈਂਥ ਨੂੰ ਵਧਾਉਣ ਵਾਸਤੇ। ਟੈਂਸਾਈਲ ਸਟਰੈਂਥ ਇਹ ਹੈ ਕਿ ਜਿਵੇਂ ਇਹਦੀ ਖਿਚਾਅ ਦਾ ਵੀ ਕਿੰਨਾ ਕੁ ਅਸੀਂ ਖਿਚਾਅ ਚ ਰੱਖ ਸਕਦੇ ਹਾਂ, ਕਿੰਨਾ ਕੁ ਇਹਨੂੰ ਅਸੀਂ ਮਕੈਨੀਕਲ ਸਟਰੈਂਥ ਦੇ ਸਕਦੇ ਹਾਂ, ਤੇ ਕਿੰਨਾ ਕੁ ਇਹਦੇ ਟਾਵਰਸ ਦੇ ਵਿਚਲਾ ਗੈਪ ਅਸੀਂ ਵਧਾ ਸਕਦੇ ਹਾਂ। ਗੈਲਵਨਾਈਜ਼ ਸਟੀਲ ਸਟ੍ਰੈਂਡਸ ਹੁੰਦੀਆਂ ਨੇ ਇਹਦੇ ਅੰਦਰ, ਜਿਹੜੀਆਂ GI ਵਾਇਰਸ ਜਿਹਨੂੰ ਅਸੀਂ ਬੋਲਦੇ ਹਾਂ ਗੈਲਵਨਾਈਜ਼ ਸਟੀਲ। ਗੈਲਵਨਾਈਜ਼ ਸਟੀਲ ਦੀਆਂ ਇਹਦੇ ਅੰਦਰ ਜਿਹੜੇ ਮਟੀਰੀਅਲ ਹੈ ਕੋਰ ਦਾ, ਜਿਹੜਾ ਸਾਨੂੰ ਬਲੈਕ ਪੋਰਸ਼ਨ ਦੇ ਵਿੱਚ ਪਿਕਚਰ 'ਚ ਸ਼ੋ ਹੋ ਰਿਹਾ, ਉਹ ਗੈਲਵਨਾਈਜ਼ ਸਟੀਲ ਹੈ। ਉਹਦਾ ਕੰਡਕਟੀਵਿਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਹ ਸਿਰਫ ਇਹਦੀ ਮਕੈਨੀਕਲ ਸਟਰੈਂਥ ਨੂੰ ਬਣਾਏ ਰੱਖਣ ਵਾਸਤੇ ਹੈ, ਤਾਂ ਕਿ ਇਹਦੀ ਅਸੀਂ ਦੂਰੀ ਸਪੈਨ ਵਧਾ ਸਕੀਏ। ਤੇ ਜਿਹੜਾ ਟਾਵਰਸ ਦੇ ਜਦੋਂ ਅਸੀਂ ਮਟੀਰੀਅਲ ਵਾਇਰ ਨੂੰ ਅਸੀਂ ਲਗਾਉਂਦੇ ਹਾਂ, ਤੇ ਦੋ ਟਾਵਰ ਦੇ ਵਿੱਚ ਜਿਹੜਾ ਸੈਗ ਆਉਂਦਾ ਹੈ, ਜਿਹੜਾ ਕਿ ਇੱਕ ਤਰ੍ਹਾਂ ਦਾ ਡਿਜ਼ਾਈਨ ਹੈ ਸਾਡਾ, ਕਿ ਸੈਗ ਅਸੀਂ ਰੱਖਣਾ ਹੁੰਦਾ ਹੈ। ਜੇ ਅਸੀਂ ਸੈਗ ਨਾ ਰੱਖਾਂਗੇ ਤਾਂ ਇਹ ਐਲੂਮੀਨੀਅਮ ਮਟੀਰੀਅਲ ਕੀ ਕਰਦਾ ਹੈ, ਗਰਮੀਆਂ ਦੇ ਵਿੱਚ ਟੈਂਪਰੇਚਰ ਦੇ ਨਾਲ ਇਹ ਮੈਲਟ ਹੁੰਦਾ, ਮੈਲਟ ਹੋ ਕੇ ਲੂਜ਼ ਹੋ ਜਾਂਦਾ,
ਕਿਉਂਕਿ ਰੈਜ਼ਿਸਟੈਂਸ ਹੁੰਦੀ ਹੈ ਇਹਦੇ ਵਿੱਚ, ਰੈਜ਼ਿਸਟਿਵਿਟੀ ਹੈ, ਮੈਲਟ ਹੋ ਕੇ ਲੂਜ਼ ਹੋਏਗਾ। ਤੇ ਜਦੋਂ ਸਰਦੀਆਂ ਆਉਣਗੀਆਂ, ਮੌਸਮ ਬਦਲੇਗਾ, ਕਿਉਂਕਿ ਇੰਡੀਆ ਦੇ ਵਿੱਚ ਟੈਂਪਰੇਚਰਸ ਵੱਧ ਵੀ ਜਾਂਦਾ ਤੇ ਬਿਲਕੁਲ ਡਾਊਨ ਵੀ ਹੋ ਜਾਂਦਾ, ਤੇ ਫਿਰ ਉਸ ਟਾਈਮ ਕੀ ਕਰਦਾ, ਇਹ ਵਿੰਟਰਸ ਦੇ ਵਿੱਚ ਇਹ ਸੁੰਗੜ ਜਾਂਦਾ, ਇਕੱਠਾ ਹੋ ਜਾਂਦਾ। ਜੇ ਅਸੀਂ ਸੈਗ ਨਹੀਂ ਰੱਖਿਆ ਹੋਏਗਾ ਪੋਲਸ ਦੇ ਵਿੱਚ ਇੱਕ ਦੂਸਰੇ ਤੋਂ, ਬਿਲਕੁਲ ਕੰਡਕਟਰ ਨੂੰ ਟਾਈਟਲੀ ਲਗਾਵਾਂਗੇ, ਖਿੱਚ ਕੇ ਲਗਾਵਾਂਗੇ, ਤੇ ਇਹ ਕੀ ਕਰੇਗਾ, ਇਹ ਜਦੋਂ ਸਰਦੀਆਂ ਆਉਣਗੀਆਂ ਤੇ ਸੁੰਗੜੇਗਾ ਤੇ ਕੰਡਕਟਰ ਵਿੱਚੋਂ ਬ੍ਰੇਕ ਹੋ ਜਾਏਗਾ, ਤੇ ਉਹਦੇ ਨਾਲ ਬ੍ਰੇਕਡਾਊਨਸ ਆਉਣਗੀਆਂ। ਇਸ ਕਰਕੇ ਪ੍ਰੋਪਰ ਇੱਕ ਤਰ੍ਹਾਂ ਦਾ ਡਿਜ਼ਾਈਨ ਦੇ ਅਕੋਰਡਿੰਗ ਸੈਗ ਰੱਖਿਆ ਜਾਂਦਾ ਹੈ, ਟਾਵਰਸ ਦੀ ਦੂਰੀ ਦਾ ਤੇ ਟਾਵਰ ਦੀ ਹਾਈਟ ਦੇ ਅਕੋਰਡਿੰਗ ਸੈਗ ਰੱਖਿਆ ਜਾਂਦਾ ਹੈ, ਜਿਹੜਾ ਕਿ ਮੈਲਟ ਹੁੰਦਾ ਹੈ ਸਮਰ ਦੇ ਵਿੱਚ, ਮੀਨਸ ਕਿ ਗਰਮੀਆਂ ਦੇ ਵਿੱਚ ਟੈਂਪਰੇਚਰ ਦੇ ਅਕੋਰਡਿੰਗ, ਜਿਹੜਾ ਆਪਣੇ ਐਟਮੋਸਫੇਅਰ ਦਾ ਟੈਂਪਰੇਚਰ ਹੈ ਉਹਦੇ ਅਕੋਰਡਿੰਗ, ਤੇ ਆਪਣੀ ਜਿਹੜਾ ਇਸ ਤੇ ਲੋਡ ਚੱਲ ਰਿਹਾ ਉਹਦੇ ਅਕੋਰਡਿੰਗ ਇਹ ਜਦੋਂ ਮੈਲਟ ਹੁੰਦਾ ਤੇ ਉਹਨਾਂ ਕੁ ਲੂਜ਼ ਹੋਵੇ ਕਿ ਜਦੋਂ ਸਰਦੀਆਂ ਦੇ ਵਿੱਚ ਸੁੰਗੜ ਕੇ ਮਟੀਰੀਅਲ ਟਾਈਟ ਹੋਵੇ ਤਾਂ ਫਿਰ ਵੀ ਪ੍ਰੋਪਰ ਉਹਦੇ 'ਚ ਸੈਗ ਰਹਿ ਜਾਵੇ, ਤੇ ਤਾਂ ਕਿ ਸਾਡੇ ਕੰਡਕਟਰ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਉੱਥੇ ਇਸ ਤਰ੍ਹਾਂ ਦੇ ਕੰਡਕਟਰਸ ਨੂੰ ਯੂਜ਼ ਕੀਤਾ ਜਾਂਦਾ ਹੈ, ਤੇ ਇਹਦੀ ਮਕੈਨੀਕਲ ਸਟਰੈਂਥ ਵਧਾਉਣ ਵਾਸਤੇ ਅਸੀਂ ਇਹਦੇ ਵਿੱਚ ਗੈਲਵਨਾਈਜ਼ਡ ਸਟੀਲ ਸਟੈਂਡਸ ਲਗਾਉਂਦੇ ਹਾਂ, ਇਹਦੀ ਟੈਂਸਾਈਲ ਸਟਰੈਂਥ ਵਧਾਉਣ ਵਾਸਤੇ ਤੇ ਮੋਡਰੇਟ ਐਕਸਪੈਂਸ਼ਨ ਵਧਾਉਣ ਵਾਸਤੇ। ਮੀਨਸ ਕਿ ਇਹਦੀ ਠੀਕ ਠਾਕ ਅਸੀਂ ਐਕਸਪੈਂਸ਼ਨ ਮੀਨਸ ਕਿ ਕਰ ਸਕਦੇ ਹਾਂ, ਜ਼ਿਆਦਾ ਐਕਸਪੈਂਸ਼ਨ ਨਹੀਂ ਕਰ ਰਹੇ, ਮੀਨਸ ਕਿ ਠੀਕ ਠਾਕ ਐਕਸਪੈਂਸ਼ਨ, ਵਧੀਆ ਰਿਕੁਆਇਰਮੈਂਟ ਦੇ ਅਕੋਰਡਿੰਗ ਅੱਛੀ ਐਕਸਪੈਂਸ਼ਨ ਹੋ ਸਕਦੀ ਹੈ ਦੂਰੀ ਤੇ ਸਪੈਨ ਦੀ ਲੈਂਥ ਵੀ ਅੱਛੀ ਹੋ ਸਕਦੀ ਹੈ, ਤੇ ਕੋਈ ਇਹ 'ਚ ਪ੍ਰੋਬਲਮ ਨਹੀਂ ਆਉਂਦੀ। ਨੈਕਸਟ ਹੈ ਸਾਡਾ ACSS, ਐਲੂਮੀਨੀਅਮ ਕੰਡਕਟਰ ਸਟੀਲ ਸਪੋਰਟਡ, ਐਲੂਮੀਨੀਅਮ ਕੰਡਕਟਰ ਸਟੀਲ ਸਪੋਰਟਡ। ਇਹਦੇ ਵਿੱਚ ਕੀ ਹੁੰਦਾ ਹੈ ਕਿ ਇਹਦੇ ਵਿੱਚ ਆਊਟਰ ਜਿਹੜੇ ਸਟ੍ਰੈਂਡਸ ਨੇ ਉਹ ਅਨੀਲਡ ਹੁੰਦੇ ਨੇ, ਮੀਨਸ ਕਿ ਜਿਹੜੇ ਇਹਦੇ ਸਟ੍ਰੈਂਡਸ ਨੇ ਉਹ ਟੈਂਪਰ ਹੁੰਦੇ ਨੇ, ਟੈਂਪਰਡ ਕੀਤੇ ਜਾਂਦੇ ਨੇ, ਜਿਨ੍ਹਾਂ ਨੂੰ ਕੀ ਹੈ ਨੋਰਮਲ ਆਪਣਾ ACSR ਦੇ ਨਾਲੋਂ ਕਿ ਬੈਸਟ ਹੁੰਦਾ ਹੈ। ਇਹਦੇ ਵਿੱਚ ਟੈਂਪਰੇਚਰ ਤੇ ਨੂੰ ਅਸੀਂ ਆਪਣਾ ਅੰਪੇਅਰ ਹੈ ਜਿਹੜਾ ਲੋਡ ਅਸੀਂ ਵੱਧ ਪਾ ਸਕਦੇ ਹਾਂ, ਹਾਈ ਅੰਪੇਅਰ ਤੇ ਹਾਈ ਮੀਨਸ ਕਿ ਜਿਹੜਾ ਅਸੀਂ ਐਟਮੋਸਫੇਅਰ ਦਾ ਟੈਂਪਰੇਚਰ ਦੀ ਗੱਲ ਕਰ ਰਹੇ ਹਾਂ ਉਸ ਟੈਂਪਰੇਚਰ ਤੇ ਵਧੀਆ ਚੱਲ ਸਕਦਾ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਸਟੀਲ ਸਟ੍ਰੈਂਥ ਦੇ ਉੱਤੇ ਇਹਦੀ ਸਟਰੈਂਥ ਡਿਪੈਂਡ ਕਰਦੀ, ਜਿਹੜੇ ਅੰਦਰ ਇਹਦੇ ਕੋਰ ਹੈ, ਜਿਹੜੇ ਬਲੈਕ ਪੋਰਸ਼ਨ ਸਾਨੂੰ ਦਿਖ ਰਹੇ ਉਹ ਸਟੀਲ ਦੇ ਸਟਰੈਂਥ ਹੈ, ਉਹਦੇ ਸਟੀਲ ਦੇ ਵਾਇਰਸ ਨੇ, ਉਹਦੇ ਤੇ ਇਹਦੀ ਸਟਰੈਂਥ ਡਿਪੈਂਡ ਕਰਦੀ ਹੈ ਕਿਸ ਤਰ੍ਹਾਂ ਦਾ ਮਟੀਰੀਅਲ ਅਸੀਂ ਵਿੱਚ ਲਗਾ ਰਹੇ ਹਾਂ। ਇਹਦੇ ਮੀਨਸ ਕਿ ਵਰਕਿੰਗ ਟੈਂਪਰੇਚਰ ਇਹਦਾ ਅੱਛਾ ਹੈ ਬਾਕੀਆਂ ਨਾਲੋਂ। ਹੁਣ ਇੱਕ ਅਸੀਂ ACSR ਦੇਖ ਰਹੇ, ਇੱਕ ਉਹਦੇ ਨਾਲ ACSS ਦੇਖ ਰਹੇ ਹਾਂ, ਇੱਕ ਹੈ RW, ਮੀਨਸ ਕਿ ਸਾਡਾ ਹੈ ਉਹ ਰਾਊਂਡ ਵਾਇਰ, ਇਹ ਸਾਡੀ ਜਿਹੜੀ ਸਟ੍ਰੈਂਡਸ ਨੇ ਉਹ ਰਾਊਂਡ ਨੇ। ACSS ਦੇ ਵਿੱਚ ਰਾਊਂਡ ਵਾਇਰ ਆਉਂਦਾ, ਇੱਕ ਆਉਂਦਾ ਹੈ ਆਪਣਾ ਟੈਪੋਜ਼ੋਡੀਅਲ ਵਾਇਰ, ਮੀਨਸ ਕਿ ਇਹਦੇ ਤੇ ਥੋੜਾ ਜਿਹਾ ਇਹਨੂੰ ਬੈਂਡ ਕੀਤਾ ਜਾਂਦਾ। ਜਿਹੜਾ ਰਾਊਂਡ ਵਾਇਰ ਉਹ ਹਾਰਡ ਹੁੰਦਾ ਹੈ, ਜਦੋਂ ਕਿ ਟੈਂਪਰੇਚਰ ਵਧੇਗਾ ਜਾਂ ਘਟੇਗਾ, ਜੇ ਵੱਧ ਟੈਂਪਰੇਚਰ ਉਸ ਤੋਂ ਲੱਗੇਗਾ ਤੇ ਇਹ ਕੀ ਕਰਦਾ, ਬ੍ਰੇਕ ਹੋ ਸਕਦਾ ਵਿੱਚੋਂ ਕੰਡਕਟਰ, ਇਹਦੇ ਤਰੇੜ ਆ ਜਾਂਦੀ ਹੈ, ਜਾਂ ਸਰਦੀਆਂ ਦੇ ਵਿੱਚ ਜਦੋਂ ਸੁੰਗੜ ਜਾਂਦਾ ਹੈ ਉਦੋਂ ਇਹਦੇ 'ਚ ਬ੍ਰੇਕ ਹੋਣ ਦੇ ਚਾਂਸਿਸ ਵੱਧ ਜਾਂਦੇ ਨੇ ਰਾਊਂਡ ਵਾਇਰ ਦੇ ਵਿੱਚ। ਬਟ ਇੱਕ ਜਿਹੜਾ ਟੈਪੋਜ਼ੋਡਲ ਵਾਇਰ ਹੈ ਉਹਦੇ ਵਿੱਚ ਉਹ ਇਸ ਤਰ੍ਹਾਂ ਦਾ ਅਨੀਲਡ ਪਹਿਲਾਂ ਹੀ ਕੀਤਾ ਜਾਂਦਾ ਹੈ ਕਿ ਉਹ ਇੱਕ ਸੌਫਟ ਮਟੀਰੀਅਲ ਹੁੰਦਾ ਜਿਹੜਾ ਕਿ ਵਿੱਚੋਂ ਬ੍ਰੇਕ ਨਹੀਂ ਹੁੰਦਾ। ਪਿਕਚਰ ਦੇ ਵਿੱਚ ਸਾਨੂੰ ਸ਼ੋ ਹੋ ਰਿਹਾ ਕਿ ਇੱਕ ਤਰ੍ਹਾਂ ਦਾ ਉਹ ਹਾਰਡ ਮਟੀਰੀਅਲ ਹੈ ਰਾਊਂਡ ਵਾਇਰ, ਤੇ ਅਨੀਲਡ ਮਟੀਰੀਅਲ ਹੈ, ਅਨੀਲਡ ਸਟ੍ਰੈਂਡਸ ਨੇ, ਇਹ ਇਸ ਤਰ੍ਹਾਂ ਮੀਨਸ ਕਿ ਸੌਫਟ ਹੁੰਦਾ ਹੈ ਥੋੜਾ ਜਿਹਾ, ਇਹ ਇਹਦੇ ਵਿੱਚ ਬ੍ਰੇਕਡਾਊਨ ਨਹੀਂ ਆਉਂਦੀ, ਨਾ ਹੀ ਇਹ ਪ੍ਰੋਪਰਲੀ ਮੈਲਟ ਹੁੰਦਾ ਹੈ, ਇਹਦੀ ਆਪਣੀ ਹਾਰਡਨੈਸ ਹੁੰਦੀ ਹੈ ਤੇ ਇੱਕ ਤਰ੍ਹਾਂ ਦਾ ਸੌਫਟ ਵੀ ਹੁੰਦਾ ਹੈ। ਇਹ ਨਾ ਹੀ ਮੈਲਟ ਹੁੰਦਾ ਹੈ, ਨਾ ਹੀ ਇਹਨਾਂ ਹਾਰਡ ਹੁੰਦਾ ਹੈ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਬ੍ਰੇਕਡਾਊਨ ਆ ਸਕੇ। ਇਹ ਵੀ ਅੱਛਾ ਮਤਲਬ ਮੀਨਸ ਕਿ ਰਿਸਪੌਂਸ ਇਹਦਾ ਅੱਛਾ ਆ ਰਿਹਾ, ਅੱਛੀ ਤਰ੍ਹਾਂ ਵਰਤਿਆ ਜਾਂਦਾ ਹੈ, ਕਾਫੀ ਸਾਨੂੰ ਇਹਦੇ ਮੀਨਸ ਕਿ ਫਾਇਦੇ ਹੁੰਦੇ ਨੇ ਸਾਨੂੰ, ਤੇ ਅੱਛੇ ਇਹਦੀ ਲਿਮਿਟ ਹੈ ਐਟਮੋਸਫੇਅਰ ਦੇ ਟੈਂਪਰੇਚਰ ਸਹਿਣ ਦੀ, ਮੀਨਸ ਕਿ 180 ਡਿਗਰੀ ਸੈਂਟੀਗ੍ਰੇਡ ਤੱਕ ਇਹ ਟੈਂਪਰੇਚਰ ਚੱਲ ਲੈਂਦਾ ਆਪਣੇ ਤੇ, ਵਧੀਆ ਰਿਸਪੌਂਸ ਕਰਦਾ ਹੈ ਸਾਨੂੰ। ਨੈਕਸਟ ਹੈ ਸਟੂਡੈਂਟਸ ਆਪਣਾ ACCR, ਐਲੂਮੀਨੀਅਮ ਕੰਪੋਜ਼ਿਟ ਕੋਰ ਰੀਇਨਫੋਰਸ, ਮੀਨਸ ਕਿ ਇਹਦੇ ਜਿਹੜੇ ਅਲੋਏ ਨੇ ਐਲੂਮੀਨੀਅਮ ਤੇ ਜ਼ਿੰਕ ਕੋਰੀਅਮ, ਇਹ ਦੋ ਮਟੀਰੀਅਲ ਨੂੰ ਮਿਕਸ ਕਰਕੇ ਬਣਾਇਆ ਜਾਂਦਾ ਹੈ। ਆਊਟਰ ਸਟੈਂਡਸ ਹੈ ਜਿਹੜਾ ਸਾਨੂੰ ਐਲੂਮੀਨੀਅਮ ਹੈ, ਐਲੂਮੀਨੀਅਮ ਦੇ ਨਾਲ ਸਿੰਕਰੋਨੀਅਮ ਮਟੀਰੀਅਲ ਮਿਕਸ ਕੀਤਾ ਜਾਂਦਾ ਹੈ,
ਦੋ ਮਟੀਰੀਅਲਸ ਨੂੰ ਮਿਲਾ ਕੇ ਇੱਕ ਅਲੋਏ ਮਟੀਰੀਅਲ ਬਣਾਇਆ ਜਾਂਦਾ ਹੈ ਜਿਹਦੀ ਆਪਣੀ ਸਟਰੈਂਥ ਵੱਧ ਜਾਂਦੀ ਹੈ। ਮੀਨਸ ਕਿ ਹਾਈ ਟੈਂਪਰੇਚਰ ਰੇਟਿੰਗ ਤੇ ਵਰਕਿੰਗ ਇਹਦੀ ਚੱਲਦੀ ਹੈ। ਜਿਹੜੇ ਇਹਦੇ ਕੋਰ ਸਟੈਂਡਸ ਨੇ, ਜਿਹੜੇ ਇਹਦੇ ਬਲੈਕ ਪੋਰਸ਼ਨ ਦੇ ਕੋਰਸ ਸਾਨੂੰ ਦਿਖ ਰਹੇ ਨੇ, ਜਿਹੜੇ ਕਿ ਬਾਕੀ ਸਟੈਂਡਰਡ ਮਟੀਰੀਅਲਸ ਦੇ ਵਿੱਚ ਵਾਇਰਸ ਦੇ ਵਿੱਚ ਸਾਨੂੰ ਸਟੀਲ ਗੈਲਵਨਾਈਜ਼ਡ ਸਟੀਲ ਦੇ ਸੀਗੇ, ਇਹਦੇ ਵਿੱਚ ਇੱਕ ਐਡਵਾਂਸਡ ਕੰਪੋਜ਼ਿਟ ਮਟੀਰੀਅਲ ਹੁੰਦਾ ਹੈ। ਮੀਨਸ ਕਿ ਕੰਪੋਜ਼ਡ ਮਟੀਰੀਅਲ ਹੁੰਦਾ ਹੈ ਜਿਹੜਾ ਕਿ ਦੋ ਮਟੀਰੀਅਲਸ ਨੂੰ ਮਿਲਾ ਕੇ ਬਣਦਾ ਹੈ। ਇਹਦੀ ਟੈਂਸਾਈਲ ਸਟਰੈਂਥ ਅੱਛੀ ਹੁੰਦੀ ਹੈ, ਐਕਸਪੈਂਸ਼ਨ ਵੀ ਅੱਛੀ ਹੁੰਦੀ ਹੈ, ਵਰਕਿੰਗ ਟੈਂਪਰੇਚਰ ਬਹੁਤ ਅੱਛਾ ਹੈ, ਸੈਗ ਲਿਮਿਟ ਦੇ ਅਕੋਰਡਿੰਗ ਵਧੀਆ ਚੱਲਦਾ ਹੈ ਇਹਦਾ। ਤੇ ਬਾਕੀ ਕੰਡਕਟਰਸ ਦੇ ਅਕੋਰਡਿੰਗ ਇਸ ਤੇ ਡਬਲ ਮਤਲਬ ਕਿ ਡਬਲ ਲੋਡ ਅਸੀਂ ਪਾ ਸਕਦੇ ਹਾਂ। ਕੰਡਕਟੀਵਿਟੀ ਇਹਦੀ ਅੱਛੀ ਹੈ ਤੇ ਕੰਡਕਟਰ ਦੇ ਉੱਤੇ ਅਸੀਂ ਜ਼ਿਆਦਾ ਕਪੈਸਿਟੀ ਤੱਕ ਲੋਡ ਅਸੀਂ ਪਾ ਸਕਦੇ ਹਾਂ। ਇਹ ਉੱਥੇ ਯੂਜ਼ ਕੀਤਾ ਜਾਂਦਾ ਜਿੱਥੇ ਸਾਨੂੰ ਵੱਧ ਟੈਂਪਰੇਚਰ ਰੱਖਦੇ ਹਾਂ ਅਸੀਂ, ਜਿੱਥੇ ਸਾਡਾ ਮਤਲਬ ਕਿ ਐਟਮੋਸਫੇਅਰ ਦਾ ਟੈਂਪਰੇਚਰ ਵੱਧ ਹੋਵੇ ਤੇ ਇਸ ਤੇ ਲੋਡ ਵੀ ਵੱਧ ਚਲੇ ਤੇ ਉਹਦੇ ਨਾਲ ਵੀ ਟੈਂਪਰੇਚਰ ਜਿਹੜਾ ਕੰਡਕਟਰ ਤੇ ਬਣਦਾ ਹੈ ਉਹ ਵੀ ਵਧਣ ਦੇ ਚਾਂਸਿਸ ਹੁੰਦੇ ਨੇ, ਤੇ ਜਿਹਦੇ ਨਾਲ ਕਿ ਇਹਦੇ 'ਚ ਕੋਈ ਕਿਸੇ ਤਰ੍ਹਾਂ ਦੀ ਬ੍ਰੇਕਡਾਊਨ ਨਹੀਂ ਆਉਂਦੀ ਤੇ ਨਾ ਮੈਲਟ ਹੁੰਦਾ ਹੈ, ਨਾ ਇਹ 'ਚ ਬ੍ਰੇਕਡਾਊਨ ਆਉਂਦੀ, ਨਾ ਇਹ ਬ੍ਰੇਕ ਹੁੰਦਾ ਕੰਡਕਟਰ, ਕਿਉਂਕਿ ਇਹ ਕੰਪੋਜ਼ਿਟ ਮਟੀਰੀਅਲ ਦਾ ਬਣਿਆ ਹੁੰਦਾ, ਫਾਈਬਰਸ ਦਾ। ਤੇ ਨੈਕਸਟ ਹੈ ਸਟੂਡੈਂਟਸ ਆਪਣਾ ACCC ਅਲੂਮੀਨੀਅਮ ਕਾਰਬਨ ਕੰਪੋਜ਼ਿਟ ਕੋਰ। ਇਹ ਅਲੂਮੀਨੀਅਮ ਤੇ ਜ਼ਿੰਕਰੋਨੀਅਮ ਅਲੋਇਜ਼ ਦਾ ਬਣਿਆ ਹੋਇਆ। ਜਿਵੇਂ ਲਾਸਟ ਵਾਲਾ ਆਪਣਾ ਦੇਖਿਆ ਸੀ ਉਹਦੇ ਵਿੱਚ ਵੀ ਸੇਮ ਮਟੀਰੀਅਲ ਅਲੋਇਜ਼ ਮਟੀਰੀਅਲ ਨੂੰ ਬਣਾ ਕੇ ਬਣਾਇਆ, ਅਲੂਮੀਨੀਅਮ ਤੇ ਜ਼ਿੰਕਰੋਨੀਅਮ। ਇਹ ਵੀ ਅਲੂਮੀਨੀਅਮ ਤੇ ਜ਼ਿੰਕਰੋਨੀਅਮ ਨੂੰ ਮਿਲਾ ਕੇ ਬਣਾਇਆ। ਇਹ ਹੈ ਨਾ ਐਡਵਾਂਸਡ ਹੈ, ਲੇਟੈਸਟ ਹੀ ਹੈ। ਇਹਦਾ ਮਤਲਬ ਕਿ ਜ਼ਿਆਦਾ ਹਾਲੇ ਆਪਣੇ ਯੂਜ਼ ਨਹੀਂ ਹੈ, ਕਿਤੇ ਸਾਨੂੰ ਦੇਖਣ ਨੂੰ ਨਹੀਂ ਮਿਲ ਸਕਦਾ, ਇਹ ਬਹੁਤ ਹੀ ਰੇਅਰਲੀ ਯੂਜ਼ ਹੈ। ਇਹਦੇ ਵਿੱਚ ਜਿਹੜਾ ਸੈਂਟਰ ਦੇ ਵਿੱਚ ਸਾਨੂੰ ਇਹਦਾ ਸਟੈਂਡਸ ਦਿਖ ਰਹੇ ਨੇ, ਉਹ ਇੱਕ ਕੰਡਕਟਰ ਹੈ, ਹਾਰਡ ਕੰਡਕਟਰ ਹੈ, ਉਹ ਸਟੈਂਡ ਨਹੀਂ ਇੱਕ ਤਰ੍ਹਾਂ ਦਾ ਗਲਾਸ ਕਾਰਬਨ ਤੇ ਐਪੋਕਸੀ ਰੈਜ਼ਨ ਨੂੰ ਮਿਲਾ ਕੇ ਉਹ ਇੱਕ ਮਿਕਸਚਰ ਇਸ ਤਰ੍ਹਾਂ ਦਾ ਬਣਾਇਆ ਗਿਆ। ਤੋਂ ਹਾਰਡ ਹੈ ਤੇ ਕੰਡਕਟਿਵਿਟੀ ਉਹਦੀ ਅੱਛੀ ਹੈ। ਇਹਨੂੰ ਮਤਲਬ ਕਿ ਦੱਸਿਆ ਜਾਂਦਾ ਕਿ 200 ਡਿਗਰੀ ਸੈਂਟੀਗ੍ਰੇਡ ਤੋਂ ਜ਼ਿਆਦਾ ਦੇ ਮੀਨਸ ਕਿ ਟੈਂਪਰੇਚਰ ਤੇ ਵਰਤਿਆ ਜਾ ਸਕਦਾ ਹੈ। ਹਾਈ ਵਰਕਿੰਗ ਟੈਂਪਰੇਚਰ ਇਹਦਾ, ਮੀਨਸ ਕਿ ਹਾਈ ਵਰਕਿੰਗ ਟੈਂਪਰੇਚਰ ਦੇ ਬਾਵਜੂਦ ਨਾ ਇਹ ਕੋਈ ਬ੍ਰੇਕ ਹੁੰਦਾ ਕੰਡਕਟਰ, ਨਾ ਹੀ ਇਹਦੀ ਕੰਡਕਟਿਵਿਟੀ ਦੇ ਵਿੱਚ ਕੋਈ ਇਫੈਕਟ ਪੈਂਦਾ ਹੈ, ਨਾ ਹੀ ਇਹ ਮੈਲਟ ਹੁੰਦਾ ਹੈ। ਇਹ ਸੈਗ ਲਿਮਿਟ ਦੇ ਵਿੱਚ ਹੀ ਇਹ ਰਹਿੰਦਾ ਹੈ, ਸੈਗ ਲਿਮਿਟ ਤੋਂ ਬਾਹਰ ਨਹੀਂ ਜਾਂਦਾ। ਮੀਨਸ ਕਿ ਜਿਵੇਂ ਸੈਗ ਕੀ ਦੱਸਿਆ ਜੀ ਕਿ ਕੰਡਕਟਰ ਤੇ ਜਦੋਂ ਜ਼ਿਆਦਾ ਟੈਂਪਰੇਚਰ ਪੈਂਦਾ ਹੈ ਤੇ ਉਹ ਲੂਜ਼ ਹੋ ਜਾਂਦਾ ਹੈ, ਐਲੂਮੀਨੀਅਮ ਲੂਜ਼ ਹੋ ਕੇ ਲਟਕ ਜਾਂਦਾ ਨੀਚੇ। ਜਿਵੇਂ ਸੈਗ ਜੇ ਅਸੀਂ ਉਹਦਾ ਇੱਕ ਲਿਮਿਟ ਦੇ ਵਿੱਚ ਸੈਗ ਰੱਖਿਆ, ਸੈਗ ਤੋਂ ਵੱਧ ਨੀਚੇ ਡਾਊਨ ਹੋ ਜਾਏਗਾ। ਜਿਵੇਂ ਅਸੀਂ ਨਾਰਮਲ ਲੋਕਲਸ ਦੇਖਦੇ ਹਾਂ ਕਿ ਰੋਡ ਦੇ ਉੱਤੇ ਜਿਹੜੇ ਸਾਡੇ ਡਿਸਟ੍ਰੀਬਿਊਸ਼ਨ ਵਾਇਰਸ ਜਾਂਦੀਆਂ ਨੇ, ਡਿਸਟ੍ਰੀਬਿਊਸ਼ਨ ਦੀ ਲਾਈਨ ਜਾਂਦੀ ਹੈ, ਉੱਥੇ ਜਦੋਂ ਉਹਦੀ ਪ੍ਰੋਪਰ ਮੇਨਟੇਨੈਂਸ ਨਹੀਂ ਹੁੰਦੀ ਤੇ ਬਹੁਤ ਪੁਰਾਣੇ ਹੋ ਜਾਂਦੇ ਨੇ ਤੇ ਉਹ ਅਕੋਰਡਿੰਗ ਟੂ ਟੈਂਪਰੇਚਰ ਉਹ ਲੂਜ਼ ਹੁੰਦੀ ਰਹਿੰਦੀ, ਵਾਇਰਸ ਲੂਜ਼ ਹੋ ਕੇ ਨੀਚੇ ਲਟਕਦੀ ਹੈ ਤੇ ਜਦੋਂ ਹਨੇਰੀਆਂ ਚੱਲਦੀਆਂ ਨੇ ਤੇ ਆਪਸ ਵਿੱਚ ਸ਼ਾਰਟ ਹੋ ਜਾਂਦੀਆਂ ਨੇ, ਲੂਜ਼ ਹੋ ਜਾਂਦਾ। ਉਸ ਤਰ੍ਹਾਂ ਦਾ ਮਟੀਰੀਅਲ ਇਹ ਨਹੀਂ ਹੈ। ਮੀਨਸ ਕਿ ਇਹ ਅੱਛਾ ਮਟੀਰੀਅਲ ਹੈ। ਵੱਧ ਟੈਂਪਰੇਚਰ ਤੇ ਚੱਲਣ ਦੇ ਬਾਵਜੂਦ ਵੀ ਇਹਦੇ 'ਚ ਸੈਗ ਲਿਮਿਟ ਨੂੰ ਪਾਰ ਨਹੀਂ ਕਰਦਾ। ਇਹ ਆਪਣੀ ਸੈਗ ਦੇ ਵਿੱਚ ਜਿੱਥੇ ਰਹਿੰਦਾ, ਜਿੱਥੇ ਇਹਨੂੰ ਇੱਕ ਵਾਰੀ ਫਿਕਸ ਕੀਤਾ ਗਿਆ ਉਸੇ ਲਿਮਿਟ ਦੇ ਵਿੱਚ ਹੀ ਰਹਿੰਦਾ ਹੈ। ਤੇ ਡਬਲ ਕਪੈਸਿਟੀ ਦਾ ਹੈ ਡਬਲ ਮਤਲਬ ਕਿ ਬਾਕੀ ਕੰਡਕਟਰਸ ਨਾਲੋਂ ਜ਼ਿਆਦਾ ਲੋਡ ਅਸੀਂ ਇਸ ਤੇ ਪਾ ਸਕਦੇ ਹਾਂ। ਬਾਕੀ ਇਹਦੇ ਨੇ ਹਲੇ ਇੰਨਾ ਜ਼ਿਆਦਾ ਯੂਜ਼ ਨਹੀਂ ਕੀਤਾ ਜਾਂਦਾ ਹਲੇ, ਕਿਉਂਕਿ ਬਿਲਕੁਲ ਐਡਵਾਂਸਡ ਹੈ। ਸਟੂਡੈਂਟਸ ਇਹ ਸਾਡੇ ਇੰਡੀਆ ਦੇ ਵਿੱਚ ਵਰਤੇ ਜਾਣ ਵਾਲੇ ਕੰਡਕਟਰਸ ਨੇ। ਦੇਖੋ ਡੌਗ, ਪੈਂਥਰ, ਜ਼ੈਬਰਾ ਤੇ ਮੂਸ ਮੋਸਟਲੀ ਇੰਡੀਆ ਦੇ ਵਿੱਚ ਹੀ ਵਰਤੇ ਜਾਂਦੇ ਨੇ। ਬਾਹਰ ਦੇ ਵੀ ਮੋਸਟ ਸੇਮ ਹੀ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈ। ਜੇ ਅਸੀਂ ਇੰਡੀਆ ਤੋਂ ਬਾਹਰ ਅਸੀਂ ਦੇਖੀਏ ਤੇ ਸੇਮ ਹੀ ਹੈ, ਇੱਕ ਦੋ ਕੰਡਕਟਰਸ ਦੇ ਟਾਈਪ ਦਾ ਫਰਕ ਹੋਏਗਾ। ਡੌਗ ਟਾਈਪ ਹੈ, ਇਹਦੇ 'ਚ ਤੁਸੀਂ ਦੇਖ ਸਕਦੇ ਹੋ ਕਿ ਨੈਕਸਟ ਸਲਾਈਡ ਵਿੱਚ ਤੁਹਾਨੂੰ ਸ਼ੋ ਕਰਦਾ। ਡੌਗ ਟਾਈਪ ਹੈ ਜਿਹੜਾ 33 ਕਿਲੋ ਵੋਲਟ ਤੋਂ 66 ਕਿਲੋ ਵੋਲਟ ਤੇ ਡੌਗ ਟਾਈਪ ਕੰਡਕਟਰ ਯੂਜ਼ ਹੁੰਦਾ ਹੈ, ਜਿਹਦੀ ਕਿ ਅੰਪੇਅਰ ਦੀ ਕਪੈਸਿਟੀ ਹੈ 75 ਡਿਗਰੀ ਸੈਂਟੀਗ੍ਰੇਡ ਦੇ ਉੱਤੇ 300 ਅੰਪੇਅਰ। ਮੀਨਸ ਕਿ ਜੇ ਇਹਦਾ ਸਟੈਂਡਰਡ ਆਇਆ ਸੀ, ਇੱਕ ਡਿਜ਼ਾਈਨ ਕੀਤਾ ਗਿਆ ਕਿ 70 ਡਿਗਰੀ ਸੈਂਟੀਗ੍ਰੇਡ ਤੇ ਜੇ ਇਹਦਾ ਟੈਂਪਰੇਚਰ ਰਹੇਗਾ ਤੇ ਇਹਦੀ ਅੰਪੇਅਰ ਰੇਟਿੰਗ ਹੋਏਗੀ 300 ਅੰਪੇਅਰ। ਤੇ ਐਲੂਮੀਨੀਅਮ ਦੇ ਇਹਦੇ ਵਿੱਚ ਜਿਹੜੇ ਸਟੈਂਡਸ ਨੇ ਉਹ 6 ਸਟੈਂਡਸ ਨੇ ਤੇ 4.72 mm ਦਾ ਇੱਕ ਸਟੈਂਡ ਹੈ ਐਲੂਮੀਨੀਅਮ ਦਾ। ਜੇ ਸਟੀਲ ਸਟੈਂਡਸ ਦੀ ਗੱਲ ਅਸੀਂ ਕਰੀਏ ਜਿਹੜੇ ਕਿ ਇਹਦੀ ਮਕੈਨੀਕਲ ਸਟਰੈਂਥ ਨੂੰ ਵਧਾਉਂਦੇ ਨੇ, ਬਲੈਕ
ਸਪੋਰਟ ਸਾਨੂੰ ਜਿਹੜੇ ਦਿਖ ਰਹੇ ਨੇ ਵਿੱਚ ਬਲੈਕ ਕਲਰ ਦੇ, ਉਹ 7 ਸਟ੍ਰੈਂਡਸ ਨੇ। 1.57 mm ਦਾ ਇੱਕ ਸਟ੍ਰੈਂਡ ਹੈ। ਓਵਰਆਲ ਡਾਇਮੀਟਰ 1.42 ਹੈ ਤੇ ਪਰ ਮੀਟਰ ਦੇ ਵਿੱਚ ਇਹਦਾ ਜਿਹੜਾ weight ਹੈ 0.394 ਹੈ kg ਦੇ ਵਿੱਚ। ਇੱਕ ਯੂਨਿਟ ਦਾ ਪਰ ਮੀਟਰ ਦੇ ਵਿੱਚ ਡੌਗ ਟਾਈਪ ਦਾ ਇਹ weight ਹੈ। ਜੇ ਅਸੀਂ ਗੱਲ ਕਰੀਏ ਪੈਂਥਰ ਦੀ, ਪੈਂਥਰ ਦੇ ਵਿੱਚ 66 kV ਤੋਂ ਲੈ ਕੇ 132 kV ਤੱਕ ਦੇ ਲੋਡ ਤੇ ਪੈਂਥਰ ਕੰਡਕਟਰ ਵਰਤਿਆ ਜਾਂਦਾ ਹੈ, ਜਿਹਦੀ ਕਿ ਐਂਪੀਅਰ ਰੇਟਿੰਗ 75 ਡਿਗਰੀ ਸੈਂਟੀਗ੍ਰੇਡ ਤੇ 480 ਐਂਪੀਅਰ, ਮੀਨਸ ਕਿ 480 ਐਂਪੀਅਰ ਤੱਕ ਇਹ ਕੰਡਕਟਰ ਚੱਲ ਸਕਦਾ ਹੈ। ਜੇ ਅਸੀਂ ਇਸੇ ਰੇਟਿੰਗ ਦੇ ਵਿੱਚ ਲਗਾਣਾ, ਮੀਨਸ ਕਿ 300 ਐਂਪੀਅਰ ਤੋਂ ਲੈ ਕੇ 480 ਐਂਪੀਅਰ ਤੱਕ, 500 ਐਂਪੀਅਰ ਤੱਕ ਇਹ ਕੰਡਕਟਰ ਵਰਤਿਆ ਜਾਂਦਾ ਹੈ, ਜਿਹਦੀ ਕਿ ਐਲੂਮੀਨੀਅਮ ਸਟਰੈਂਥ, ਐਲੂਮੀਨੀਅਮ ਦੇ ਵਿੱਚ ਇਹਦੀ ਜਿਹੜੀ ਉਹ 30 ਹੈ। ਜਿਹੜੇ ਸਟ੍ਰੈਂਡਸ ਨੇ ਐਲੂਮੀਨੀਅਮ ਦੇ ਉਹ 30 ਸਟ੍ਰੈਂਡਸ ਨੇ ਤੇ ਪਰ ਸਟੈਂਡ ਹਰ ਇੱਕ ਸਟੈਂਡ 3 mm ਦਾ ਹੈ ਤੇ ਸਟੀਲ ਸਟੈਂਡਸ 7 ਨੇ ਤੇ ਉਹ ਵੀ 3 mm ਦੇ ਸਟੈਂਡਸ ਨੇ। ਠੀਕ ਹੈ ਜੀ। ਇਹਦਾ ਵੀ weight ਪਰ ਮੀਟਰ ਦੇ ਵਿੱਚ 0.976 ਹੈ, ਮੀਨਸ ਕਿ 1 ਮੀਟਰ ਦੀ ਸਾਈਜ਼, 1 ਮੀਟਰ ਦੀ ਲੈਂਥ ਜਿਹੜੀ ਹੋਏਗੀ ਵਾਇਰ ਦੀ ਇਸ ਪੈਂਥਰ ਕੰਡਕਟਰ ਦੀ 0.97 ਹੋਏਗੀ, ਮੀਨਸ ਕਿ 1 ਕਿਲੋ ਦੇ ਨੇੜੇ ਤੇੜੇ ਹੋਏਗਾ। 220 kV ਦੇ ਗ੍ਰਿਡਸ ਅਸੀਂ ਦੇਖਦੇ ਹਾਂ ਜਿਹੜੇ, ਉਹਦੇ ਵਿੱਚ ਜ਼ੈਬਰਾ ਟਾਈਪ ਦਾ ਕੰਡਕਟਰ ਵਰਤਿਆ ਜਾਂਦਾ ਹੈ, ਜਿਹਦੀ ਕਿ ਐਂਪੀਅਰ ਦੀ ਰੇਟਿੰਗ 735 ਐਂਪੀਅਰ ਹੈ। 75 ਡਿਗਰੀ ਸੈਂਟੀਗ੍ਰੇਡ ਤੇ 735 ਐਂਪੀਅਰ ਇਹਦੀ ਰੇਟਿੰਗ ਹੈ, ਮੀਨਸ ਕਿ 480 ਤੋਂ ਬਾਅਦ 500 ਐਂਪੀਅਰ ਤੋਂ ਲੈ ਕੇ 735 ਐਂਪੀਅਰ ਤੱਕ ਇਹ ਜ਼ੈਬਰਾ ਕੰਡਕਟਰ ਵਰਤਿਆ ਜਾਂਦਾ ਹੈ, ਜਿਹਦੇ ਕਿ ਜਿਹੜੇ ਐਲੂਮੀਨੀਅਮ ਦੇ ਸਟੈਂਡਸ ਨੇ 54 ਨੇ, ਜਿਹੜੇ ਸਾਨੂੰ ਪਿਕਚਰ ਵਿੱਚ ਸ਼ੋ ਹੋ ਰਹੇ ਨੇ। ਸਟੀਲ ਸਟੈਂਡਸ ਤੋਂ ਇਲਾਵਾ ਸਿਰਫ ਐਲੂਮੀਨੀਅਮ ਦੇ ਜਿਹੜੇ ਸਟੈਂਡਸ ਨੇ ਉਹ 54 ਨੇ ਤੇ ਪਰ ਸਟੈਂਡ 3.15 mm ਦਾ ਹੈ। ਤੇ ਜਿਹੜੇ ਸਟੀਲ ਦੇ ਸਟੈਂਡਸ ਨੇ 7 ਨੇ, ਜਿਹੜੇ ਬਲੈਕ ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ 7 ਸਟੈਂਡਸ ਨੇ ਸਟੀਲ ਦੇ, ਪਰ ਸਟੈਂਡ ਹੈ 3.15 mm ਦਾ, ਡਾਇਆਮੀਟਰ ਹੈ 2.86 ਤੇ ਇਹਦਾ ਪਰ ਮੀਟਰ ਦੇ ਵਿੱਚ ਇਹਦਾ ਜਿਹੜਾ weight ਆਉਂਦਾ ਹੈ 1.62 ਆਉਂਦਾ, ਮਤਲਬ ਕਿ 1.5 ਕਿਲੋ ਦੇ ਆਸ-ਪਾਸ ਹੋ ਜਾਂਦਾ ਹੈ, 1.5 ਕਿਲੋ ਪਲੱਸ ਹੀ ਹੋ ਜਾਂਦਾ ਹੈ ਪਰ ਮੀਟਰ ਦੇ ਵਿੱਚ। ਕਿਉਂਕਿ ਇਹਦੇ ਵਿੱਚ ਜਿਹੜੇ ਸਟੈਂਡਸ ਨੇ ਵੱਧ ਗਏ ਤੇ ਉਹਨਾਂ ਦਾ ਸਾਈਜ਼ ਵੀ ਵੱਧ ਗਿਆ ਹੈ mm ਦੇ ਵਿੱਚ ਬਾਕੀ ਕੰਡਕਟਰਸ ਨਾਲੋਂ, ਤੇ ਉਸ ਅਕੋਰਡਿੰਗ ਇਹਦਾ weight ਵਧੀ ਜਾਂਦਾ। ਬਟ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਕਿ ਐਲੂਮੀਨੀਅਮ ਦਾ ਬੈਸਟ ਆ ਰਿਹਾ ਹੈ, ਕਿਉਂਕਿ ਜੇ ਅਸੀਂ ਕਾਪਰ ਦਾ ਮਟੀਰੀਅਲ ਅਸੀਂ ਇੱਥੇ ਯੂਜ਼ ਕਰਦੇ ਤਾਂ ਸਾਡਾ ਸਟੈਂਡਸ ਲਗਾਉਂਦੇ ਸੇਮ ਇਸੇ ਡਿਜ਼ਾਈਨ ਦੇ ਵਿੱਚ ਰੱਖਦੇ ਉਹਨੂੰ, ਤੇ ਉਹਦਾ weight ਇਹਦੇ ਨਾਲੋਂ ਕਈ ਗੁਣਾ ਵੱਧ ਜਾਂਦਾ, 4 ਗੁਣਾ weight ਵੱਧ ਜਾਂਦਾ। ਤੇ ਉਹਨਾਂ weight ਸਾਡੇ ਪੋਲਸ ਦੇ ਉੱਤੇ ਕਿੰਨਾ ਇਫੈਕਟ ਕਰਦਾ। ਸਾਡੀ ਪੋਲਸ ਜ਼ਿਆਦਾ ਸਾਨੂੰ ਹਾਰਡ ਲਗਾਉਣੇ ਪੈਂਦੇ, ਜ਼ਿਆਦਾ ਸਟਰੋਂਗ ਲਗਾਉਣੇ ਪੈਂਦੇ, ਜ਼ਿਆਦਾ ਮੋਟੇ ਲਗਾਉਣੇ ਪੈਂਦੇ ਪੋਲ, ਤੇ ਉਹਨਾਂ ਦਾ ਜਿਹੜਾ ਨੀਚੇ ਗਰਾਊਟ ਕਰ ਰਹੇ ਨੇ ਜਿੱਥੇ, ਉੱਥੇ ਵੀ ਪ੍ਰੋਪਰ ਉਹਨਾਂ ਦਾ ਪਲੇਟਫਾਰਮ, ਪ੍ਰੋਪਰ ਉਹਨਾਂ ਦਾ ਗ੍ਰਿਪ ਚਾਹੀਦਾ ਹੈ ਤੇ ਉਹਨਾਂ ਨੂੰ ਸਟਰੈਂਥ ਵੀ ਪ੍ਰੋਪਰ ਉੱਥੇ ਚਾਹੀਦੀ ਹੈ, ਜਿਸ ਨਾਲ ਸਾਡਾ ਮੇਨਟੇਨੈਂਸ ਦਾ ਤੇ ਸਾਡਾ ਜਿਹੜਾ ਉਹਦਾ ਪਰਚੇਜ਼ ਦਾ ਕੋਸਟ ਹੈ ਬਹੁਤ ਵੱਧ ਜਾਂਦੀ। ਇਸ ਕਰਕੇ ਐਲੂਮੀਨੀਅਮ ਨੂੰ ਕੰਡਕਟਰ ਨੂੰ ਅਸੀਂ ਉਹਦੀ ਡਾਇਆਮੀਟਰ ਵਧਾ ਕੇ, ਉਹਦਾ ਸਾਈਜ਼ ਵਧਾ ਕੇ ਉਹਨੂੰ ਅਸੀਂ ਯੂਜ਼ ਕੀਤਾ, ਤਾਂ ਕਿ ਉਹਦਾ ਸਾਈਜ਼ ਵਧਣ ਦੇ ਬਾਵਜੂਦ ਵੀ ਉਹਦਾ weight ਇੰਨਾ ਨਹੀਂ ਵਧਿਆ ਕਿ ਸਾਨੂੰ ਕਿਸੇ ਹੋਰ ਕੰਡਕਟਰ ਵੱਲ ਜਾਣਾ। ਐਲੂਮੀਨੀਅਮ ਬੈਸਟ ਕੰਡਕਟਰ ਆ ਗਿਆ ਉਹਦੇ ਵਿੱਚ ਤਾਂਬੇ ਦੇ ਅਕੋਰਡਿੰਗ, ਕਿਉਂਕਿ ਦੇਖੋ ਇੱਕ ਇਫੈਕਟ ਇਹ ਵੀ ਪੈਂਦਾ ਕਿ ਐਲੂਮੀਨੀਅਮ ਦੇ ਉੱਪਰ ਕਿਸੇ ਤਰ੍ਹਾਂ ਦਾ ਜੰਗ ਨਹੀਂ ਲੱਗਦਾ, ਪਿਓਰ ਐਲੂਮੀਨੀਅਮ ਦੇ ਉੱਪਰ, ਜਦੋਂ ਕਿ ਪਿਓਰ ਤਾਂਬੇ ਉੱਪਰ ਜੰਗ ਲੱਗਦਾ ਹੈ, ਉਹ ਵੀ 1-2 ਦਿਨ ਦੇ ਵਿੱਚ ਹਲਕਾ ਜਿਹਾ ਮੋਇਸਚਰ ਆਉਣ ਤੇ ਹੀ ਉਹਦੇ ਤੇ ਜੰਗ ਲੱਗ ਜਾਂਦਾ ਹੈ। ਇਹਦੇ ਤੇ ਕੋਈ ਐਸੇ ਤਰ੍ਹਾਂ ਦਾ ਇਫੈਕਟ ਨਹੀਂ ਪੈਂਦਾ, ਕਿਉਂਕਿ ਜਿਹੜੇ ਓਵਰਹੈਡ ਲਾਈਨਸ ਹੁੰਦੇ ਨੇ ਉਹਨਾਂ ਦੀ ਜਿਹੜੀ ਲਾਈਫ ਮੰਨੀ ਜਾਂਦੀ ਹੈ ਉਹ ਨੀਅਰ ਅਬਾਊਟ 100 ਈਅਰਸ ਮੰਨੀ ਜਾਂਦੀ ਹੈ, ਕਿ 100 ਈਅਰਸ ਵਾਸਤੇ ਸਾਡਾ ਇੱਕ ਕੰਡਕਟਰ ਲੱਗ ਗਿਆ ਤੇ ਫਿਕਸ ਹੈ ਉਹ, ਤਾਂ ਕਿ ਸਾਨੂੰ ਬਾਰ-ਬਾਰ ਉਹਨੂੰ ਬਦਲਣ ਦੀ ਲੋੜ ਨਹੀਂ ਪਏਗੀ। ਜੇ ਉਹਨੂੰ ਅਸੀਂ ਬਾਰ-ਬਾਰ ਬਦਲਾਂਗੇ 10 ਸਾਲ 5 ਸਾਲ 20 ਸਾਲ ਬਾਅਦ ਵੀ ਬਦਲਦੇ ਰਹਾਂਗੇ ਤਾਂ ਸਾਡੀ ਕੋਸਟ ਨਹੀਂ ਵਧੇਗੀ, ਕਿ ਉਹਦੇ 'ਚ ਹੀ ਸਾਡੀ ਮੈਨ ਪਾਵਰ ਲੱਗੀ ਰਹੇਗੀ ਸਾਰੀ ਜਗ੍ਹਾ, ਕਿਉਂਕਿ ਹਰ ਜਗ੍ਹਾ ਲਾਈਨ ਵਿਛੀਆਂ ਹੋਏ ਨੇ, ਕਈ ਹਜ਼ਾਰਾਂ ਲੱਖਾਂ ਮੀਟਰ ਦੇ ਵਿੱਚ ਲਾਈਨਸ ਨੇ, ਤੇ ਉਹਨੂੰ ਅਸੀਂ ਜੇ ਬਦਲਦੇ ਰਹੇ ਤਾਂ ਰੈਗੂਲੈਰਿਟੀ ਦੇ ਵਿੱਚ ਉਹ ਰੋਜ਼ ਕੰਡਕਟਰਸ ਬਦਲਣੇ ਹੀ ਪੈਣਗੇ ਸਾਨੂੰ। ਇਸ ਕਰਕੇ ਇਹਦੀ ਲਾਈਫ
ਮੀਨਸ ਕਿ 100 ਈਅਰਸ ਐਕਸਪੈਕਟ ਹੁੰਦੀ ਹੈ ਕਿ 100 ਈਅਰਸ ਤੱਕ ਇਹਨੂੰ ਸਾਨੂੰ ਬਦਲਣ ਦੀ ਲੋੜ ਨਹੀਂ ਪੈਂਦੀ ਜਦ ਤੱਕ ਇਹਦੇ ਵਿੱਚ ਕੋਈ ਬ੍ਰੇਕਡਾਊਨ ਨਾ ਆਵੇ। ਇਸ ਕਰਕੇ ਇਹਨੂੰ ਐਟਮੋਸਫੇਅਰ ਦੇ ਅਕੋਰਡਿੰਗ ਉਸੇ ਤਰ੍ਹਾਂ ਦੇ ਕੰਡਕਟਰ ਨੂੰ ਉੱਥੇ ਲਗਾਇਆ ਜਾਂਦਾ ਹੈ ਵੀ ਜਿਸ ਤਰ੍ਹਾਂ ਦਾ ਐਟਮੋਸਫੇਅਰ ਹੈ ਉਸੇ ਤਰ੍ਹਾਂ ਦਾ ਕੰਡਕਟਰ ਉੱਤੇ ਲਗਾਇਆ ਜਾਏ। ਹੁਣ ਅਸੀਂ ਗੱਲ ਕਰਦੇ ਹਾਂ ਨੈਕਸਟ ਮੂਸ ਦੀ। 220 kV ਤੋਂ ਲੈ ਕੇ 400 kV ਤੱਕ ਮੂਸ ਕੰਡਕਟਰ ਯੂਜ਼ ਕੀਤਾ ਜਾਂਦਾ ਜਿਹਦੀ ਅੰਪੇਅਰ ਰੇਟਿੰਗ ਹੈ 75 ਡਿਗਰੀ ਦੇ ਉੱਤੇ 800 ਅੰਪੇਅਰ। ਮੀਨਸ ਕਿ 800 ਅੰਪੇਅਰ ਦੀ ਰੇਟਿੰਗ ਤੱਕ ਮੂਸ ਕੰਡਕਟਰ ਨੂੰ ਅਸੀਂ ਵਰਤਦੇ ਹਾਂ ਜਿਹੜਾ ਕਿ ਸਾਡੇ ਇੰਡੀਅਨ ਸਟੈਂਡਰਡ ਦੇ ਅਕੋਰਡਿੰਗ ਹੈ। ਤੇ ਇਹਦੇ ਜਿਹੜੇ ਸਟੈਂਡਸ ਨੇ ਐਲੂਮੀਨੀਅਮ ਦੇ 54 ਨੇ ਤੇ ਪਰ ਸਟੈਂਡ 3.53 mm ਦਾ ਹੈ। ਦੇਖੋ ਧਿਆਨ ਨਾਲ ਸਟੂਡੈਂਟਸ ਕਿ ਦੇਖੋ ਜਿਹੜਾ ਲਾਸਟ ਸੀਗਾ ਜ਼ੈਬਰਾ ਦੇ ਵੀ ਸਟੈਂਡਸ ਸੇਮ ਨੇ ਤੇ ਮੂਸ ਦੇ ਵੀ ਸਟੈਂਡਸ ਸੇਮ ਨੇ ਐਲੂਮੀਨੀਅਮ ਦੇ ਤਾਂ ਸਟੀਲ ਦੇ। ਬਟ ਇਹਦੇ ਕੀ ਹੈ mm ਜਿਹੜੇ ਸਟੈਂਡਸ ਦਾ mm ਹੈ ਨਾ ਸਾਈਜ਼ ਹੈ ਜਿਹੜਾ ਸਟੈਂਡਸ ਦਾ ਉਹ ਅਸੀਂ mm ਦੇ ਵਿੱਚ ਵਧਾ ਦਿੱਤਾ। ਗਿਣਤੀ ਉਹ ਨਹੀਂ ਰੱਖੀ 54 ਹੀ ਰੱਖੀ ਹੈ ਬਟ ਉਹਦੇ ਸਾਈਜ਼ ਵਧਾਉਣ ਦੇ ਨਾਲ ਉਹਦਾ ਕੀ ਹੋਇਆ ਕਿ ਉਹਦੀ ਅੰਪੇਅਰ ਰੇਟਿੰਗ ਵੱਧ ਗਈ ਕਿ ਉਹ ਹਾਈ ਅੰਪੇਅਰ ਤੱਕ ਲੈ ਸਕਦਾ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਾਈਜ਼ ਵਧਾਉਣ ਦੇ ਨਾਲ ਉਹਦੀ ਅੰਪੇਅਰ ਰੇਟਿੰਗ ਵੱਧ ਜਾਂਦੀ ਕਿਉਂਕਿ ਕੰਡਕਟਿਵਿਟੀ ਵੱਧਦੀ ਉਹਦੀ ਤੇ ਵੱਧ ਅਸੀਂ ਅੰਪੇਅਰ ਰੇਟਿੰਗ ਉਸ ਤੇ ਚਲਾ ਸਕਦੇ ਹਾਂ। ਅੰਪੇਅਰ ਇਹਦੇ mm ਜ਼ੈਬਰਾ ਹੈ 3.53 ਹਲਕਾ ਜਿਹਾ ਅਸੀਂ ਉਹਨੂੰ ਵਧਾ ਦਿੱਤਾ 0.4 ਸਮਥਿੰਗ ਕੁਝ ਵਧਾਇਆ ਅਸੀਂ ਤੇ ਇਹਦਾ ਜਿਹੜਾ weight ਆ ਜਾਂਦਾ ਹੈ ਸਟੈਂਡਸ ਵਧਾਉਣ ਦੇ ਨਾਲ ਸਟੈਂਡਸ ਦੇ ਡਾਇਮੀਟਰ ਵਧਾਉਣ ਦੇ ਨਾਲ 2 kg ਆ ਜਾਂਦਾ ਪਰ ਮੀਟਰ ਦੇ ਵਿੱਚ। ਮੀਨਸ ਕਿ ਪਰ ਮੀਟਰ ਦੇ ਵਿੱਚ ਇਹਦਾ weight ਆਏਗਾ ਜਿਹੜਾ 2 ਕਿਲੋ ਆਏਗਾ ਜਿਹੜਾ ਕਿ ਤਾਂਬੇ ਨਾਲੋਂ ਬਹੁਤ ਬੈਟਰ ਹੈ। ਠੀਕ ਹੈ ਸਟੂਡੈਂਟਸ, ਇਸ ਲਈ ਸਾਡੇ ਮਤਲਬ ਕਿ ਇਹਦੇ ਤੇ ਇੰਨਾ ਜ਼ੋਰ ਦਿੱਤਾ ਜਾਂਦਾ ਹੈ ਐਲੂਮੀਨੀਅਮ ਕੰਡਕਟਰ ਦੇ ਉੱਪਰ ਕਿ ਇਹਨੂੰ ਅਸੀਂ ਟਾਈਮ ਟੂ ਟਾਈਮ ਮਤਲਬ ਕਿ ਟੈਕਨੋਲੋਜੀ ਦੇ ਅਕੋਰਡਿੰਗ ਇੰਨਾ ਰਿਫਾਈਨ ਅਸੀਂ ਕਰ ਰਹੇ ਹਾਂ ਕਿ ਅਸੀਂ ਹਰ ਤਰ੍ਹਾਂ ਦੇ ਐਟਮੋਸਫੇਅਰ ਦੇ ਵਿੱਚ ਹਰ ਤਰ੍ਹਾਂ ਦੀ ਜਗ੍ਹਾ ਦੇ ਵਿੱਚ ਅਸੀਂ ਐਲੂਮੀਨੀਅਮ ਕੰਡਕਟਰ ਹੀ ਲਗਾ ਸਕੀਏ ਕਿਉਂਕਿ ਇਹਦੇ ਸਾਨੂੰ ਬੈਨੀਫਿਟਸ ਬਹੁਤ ਨੇ। ਕਿਸੇ ਤਰ੍ਹਾਂ ਦਾ ਕੋਈ ਸਾਨੂੰ ਡਿਸਐਡਵਾਂਟੇਜ ਨਹੀਂ ਮਿਲਦੀ ਕਿਉਂਕਿ ਨਾ ਇਸ ਤੇ ਰਸਟ ਲੱਗਦੀ ਹੈ ਨਾ ਇਹਦਾ weight ਵੱਧ ਹੈ ਈਜ਼ੀਲੀ ਅਵੇਲੇਬਲ ਹੈ ਸਸਤਾ ਵੀ ਹੈ ਤੇ ਫਲੈਕਸੀਬਿਲਿਟੀ ਵੀ ਹੈ ਥੋੜੀ ਇਹਦੇ ਵਿੱਚ। ਤੇ ਜਿਹੜਾ ਕਿ ਇਹਦੇ ਚ ਸਿਰਫ ਇੱਕ ਨੁਕਸਾਨ ਸੀਗਾ ਕਿ ਇਹਦੀ ਮਕੈਨੀਕਲ ਸਟਰੈਂਥ ਘੱਟ ਹੈ ਉਹ ਅਸੀਂ ਇਹਦੇ ਵਿੱਚ ਕੋਰਸ ਲਗਾ ਕੇ ਪੂਰੀ ਕਰ ਦਿੱਤੀ ਹੈ। ਜਿਹੜਾ ਕਿ ਸਟੀਲ ਦੀ ਵਾਰਸ ਅਸੀਂ ਇੱਥੇ ਸਟੀਲ ਦੇ ਜਿਹੜੇ ਅਸੀਂ ਸਟੈਂਡਸ ਅਸੀਂ ਇਹਦੇ ਵਿੱਚ ਲਗਾਏ ਨੇ ਉਹਦੀ ਮਕੈਨੀਕਲ ਸਟਰੈਂਥ ਇੰਨੀ ਵਧਾ ਦਿੰਦੇ ਨੇ ਕਿ ਅਸੀਂ ਇਹਨੂੰ ਖਿੱਚ ਸਕਦੇ ਹਾਂ ਤੇ ਵੱਧ ਦੂਰੀ ਤੇ ਸਪੈਨ ਕੀ ਹੈ ਜਿਹੜਾ ਸਾਡੇ ਦੋ ਪੋਲਸ ਦੇ ਟਾਵਰਸ ਦੇ ਵਿੱਚ ਦੀ ਦੂਰੀ ਹੈ ਉਹਨੂੰ ਅਸੀਂ ਵਧਾ ਸਕਦੇ ਹਾਂ ਜਿਹਦੇ ਨਾਲ ਕਿ ਸਾਡਾ ਕੰਡਕਟਰ ਬ੍ਰੇਕ ਨਹੀਂ ਹੋਏਗਾ ਕਿ ਉਹਨੂੰ ਮਕੈਨੀਕਲ ਸਟਰੈਂਥ ਮਿਲੇਗੀ ਕਿਉਂਕਿ ਜਿਹੜੇ ਸਟੀਲ ਸਟੈਂਡਸ ਹੁੰਦੇ ਨੇ ਉਹ ਹਾਰਡ ਮਟੀਰੀਅਲ ਹੁੰਦਾ ਇੱਕ ਤਰ੍ਹਾਂ ਦਾ ਤੇ ਉਹ weight ਨੂੰ ਸਹਿ ਲੈਂਦਾ ਆਪਣੇ ਉੱਪਰ। ਅਸੀਂ ਨਾਰਮਲੀ ਕਿ ਦੇਖੀਏ ਜੇ ਅਸੀਂ ਹੁਣ ਕਿਤੇ ਮਾਰਕੀਟ ਦੇ ਵਿੱਚ ਦੇਖਦੇ ਹਾਂ ਉੱਥੇ ਇੱਕ ਕੇਬਲਸ ਆਉਂਦੀਆਂ ਨੇ ਗੁੱਤ ਦੀ ਤਰ੍ਹਾਂ ਗੁੰਦੀਆਂ ਹੁੰਦੀਆਂ ਨੇ ਬਟ ਉਹਨਾਂ ਨੂੰ ਵੀ ਸਟਰੈਂਥ ਦੇਣ ਵਾਸਤੇ ਮਕੈਨੀਕਲ ਸਟਰੈਂਥ ਦੇਣ ਵਾਸਤੇ ਇੱਕ GI ਵਾਰ ਨਾਲ ਉਹਨਾਂ ਦੇ ਅਟੈਚ ਕੀਤੀ ਜਾਂਦੀ ਹੈ। ਉਹਦਾ ਵੀ ਕੰਮ ਇਹੀ ਹੈ ਕਿ ਇਹਦੇ ਵਿੱਚ ਲਟਕੇ ਨਾ ਸਿੱਧੀ ਰਹੇ ਕਿਉਂਕਿ ਚਲੋ ਉਹਦੇ ਵਿੱਚ ਅਸੀਂ ਸੈਗ ਨਹੀਂ ਦੇਣਾ ਹੁੰਦਾ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ ਬਟ ਫਿਰ ਵੀ ਉਹਨੂੰ ਅਸੀਂ ਇਸ ਤਰ੍ਹਾਂ ਲਮਕਾ ਦੇ ਵਿੱਚ ਨਾ ਲਈ ਕਿ ਉਹਦੇ ਵਿੱਚ ਯੂ ਸ਼ੇਪ ਨਾ ਆਵੇ ਪੋਲ ਟੂ ਪੋਲ ਦੇ ਵਿੱਚ ਉਹ ਸਿੱਧਾ ਜਾਵੇ ਟਾਈਟਲੀ ਜਾਵੇ ਕਿਉਂਕਿ ਮਾਰਕੀਟ ਦੇ ਵਿੱਚੋਂ ਜੇ ਭੀੜ ਭੜਕੇ ਦੇ ਇਲਾਕੇ ਵਿੱਚ ਕੁਛ ਇਸ ਤਰ੍ਹਾਂ ਦਾ ਲਗਾਵਾਂਗੇ ਤੇ ਉਹ ਕੰਡਕਟਰ ਫਿਰ ਇਫੈਕਟ ਕਰ ਸਕਦਾ ਹੈ ਕਿਸੇ ਨੂੰ ਕੋਈ ਨੁਕਸਾਨ ਹੋ ਸਕਦਾ ਇਸ ਕਰਕੇ ਉਹਨੂੰ ਪ੍ਰੋਪਰ ਪੋਲ ਟੂ ਪੋਲ ਲਗਾਇਆ ਜਾਂਦਾ ਹੈ। ਉਹ ਵੀ ਇੱਕ ਤਰ੍ਹਾਂ ਦੀ ਟੈਕਨੋਲੋਜੀ ਆ ਚੁੱਕੀ ਹੈ ਕਿ ਅਸੀਂ ਉਹ ਤੇ ਬੇਅਰ ਕੰਡਕਟਰ ਯੂਜ਼ ਨਹੀਂ ਕਰਦੇ ਬਟ ਇੱਕ ਓਵਰਹੈਡ ਲਾਈਨਸ ਦੇ ਵਿੱਚ ਅਸੀਂ ਬੇਅਰ ਕੰਡਕਟਰ ਹੀ ਵਰਤਦੇ ਹਾਂ ਕਿਉਂਕਿ ਜੇ ਬੇਅਰ ਕੰਡਕਟਰ ਅਸੀਂ ਨਾ ਵਰਤੀਏ ਅਸੀਂ ਇਨਸੂਲੇਟਡ ਕੰਡਕਟਰ ਵਰਤੀਏ ਤਾਂ ਵੀ ਉਹਦੇ ਨਾਲ ਕਿ ਸਾਡਾ ਜਿਹੜਾ weight ਵਧੇਗਾ weight ਵਧਣ ਦੇ ਨਾਲ ਸਾਡੀ ਕੋਸਟ ਵੀ ਵਧੇਗੀ ਕਿਉਂਕਿ ਇਨਸੂਲੇਸ਼ਨਸ ਲੱਗਣਗੀਆਂ ਤੇ ਟਾਈਮ ਤੇ ਐਟਮੋਸਫੇਅਰ ਦੇ ਅਕੋਰਡਿੰਗ ਇਨਸੂਲੇਸ਼ਨਸ ਲੱਗਣਗੀਆਂ ਕਿ ਜਿਹੜੀ ਕਿ ਧੁੱਪ ਨਾਲ ਇਨਸੂਲੇਸ਼ਨ ਨਾ ਖਰਾਬ ਹੋਵੇ ਬਾਰਿਸ਼ ਨਾਲ ਨਾ ਖਰਾਬ ਹੋਵੇ ਗਰਮੀ ਨਾਲ ਨਾ ਖਰਾਬ ਹੋਵੇ ਸਰਦੀ ਨਾਲ ਨਾ ਖਰਾਬ ਹੋਵੇ ਹਰ ਤਰ੍ਹਾਂ ਦੀ ਮਤਲਬ ਕਿ ਮੌਸਮ ਨੇ ਉਹਦੇ ਅਕੋਰਡਿੰਗ ਉਹ ਇਨਸੂਲੇਸ਼ਨ ਲਗਾਈ ਜਾਏਗੀ ਲੇਅਰ ਬਾਏ ਲੇਅਰ ਤੇ ਜਿਹਦੇ ਨਾਲ ਕਿ weight ਵੀ ਵਧੇਗਾ ਤੇ ਸਾਡੀ ਕੰਡਕਟਰ ਦੀ ਕੋਸਟ ਵੀ ਵਧੇਗੀ ਤੇ ਜੇ weight ਵਧ ਰਿਹਾ ਹੈ ਕੰਡਕਟਰ ਦਾ ਤੇ ਫਿਰ ਉਹਦੇ ਨਾਲ ਕਿ ਜਿਹੜੇ ਸਾਡੇ ਟਾਵਰਸ ਲੱਗ ਰਹੇ ਨੇ ਇਨਸੂਲੇਟਰਸ ਜਿਹੜੇ ਅਟੈਚ ਹੋ ਰਹੇ ਨੇ ਉਹਨਾਂ ਤੇ ਵੀ ਇਫੈਕਟ ਪੈਂਦਾ ਹੈ ਸਾਨੂੰ ਉਹ ਵੀ ਥੋੜੇ ਜ਼ਿਆਦਾ ਸਟਰੋਂਗ ਲਗਾਉਣੇ ਪੈਂਦੇ ਕੋਸਟ ਵਧ ਰਹੀ ਹੈ ਇਸ ਕਰਕੇ ਇਹ ਡਿਸੀਜਨ ਲਿਆ ਜਾਂਦਾ ਹੈ ਕਿ ਬੇਅਰ ਕੰਡਕਟਰ ਹੀ ਯੂਜ਼ ਕੀਤੇ ਜਾਣ ਕਿ ਜਿਨ੍ਹਾਂ ਦੀ ਮੇਨਟੇਨੈਂਸ ਵੀ ਸੌਖੀ
ਹੋ ਸਕੇ। ਜੇ ਕੋਈ ਇਹਨਾਂ ਦੇ ਵਿੱਚ ਕੋਈ ਇਫੈਕਟ ਪੈਂਦਾ ਹੈ, ਕੰਡਕਟਰ ਵਿੱਚੋਂ ਬ੍ਰੇਕ ਹੋ ਜਾਂਦਾ ਹੈ, ਤਾਂ ਸਾਨੂੰ ਮਤਲਬ ਕਿ ਫਿਜ਼ੀਕਲੀ ਆਰਾਮ ਨਾਲ ਸਾਨੂੰ ਸ਼ੋ ਹੋ ਜਾਂਦਾ ਕਿ ਇੱਥੇ ਕੰਡਕਟਰ ਬ੍ਰੇਕ ਹੈ ਕਿਸੇ ਤਰ੍ਹਾਂ ਦਾ। ਜੇ ਕੋਈ ਸਟੈਂਡ ਵੀ ਬ੍ਰੇਕ ਹੁੰਦਾ ਤੇ ਜਿਹਦੇ ਨਾਲ, ਜੇ ਕੋਈ ਸਟੈਂਡ ਬ੍ਰੇਕ ਹੁੰਦਾ ਤੇ ਉਹਦੇ ਚ ਕੀ ਆਉਂਦਾ, ਉਹਦੇ ਚ ਇਹਦੀ ਜਿਹੜੀ ਲਾਈਫ ਹੈ ਉਹ ਘਟ ਜਾਂਦੀ ਹੈ। ਮੀਨਸ ਕਿ ਜਦੋਂ ਅਸੀਂ ਇਸ ਤੇ ਸਪੋਜ਼ ਕਰੋ ਕਿ 300 ਐਂਪੀਅਰ ਅਸੀਂ ਇਸ ਤੇ ਡੋਗ ਕੰਡਕਟਰ ਉੱਤੇ 300 ਐਂਪੀਅਰ ਅਸੀਂ ਚਲਾ ਰਹੇ ਹਾਂ, ਜੇ ਇਹਦੇ ਕੋਈ ਸਟੈਂਡ ਇੱਕ ਦੋ ਸਟੈਂਡ ਵਿੱਚੋਂ ਬ੍ਰੇਕ ਹੋ ਗਏ ਤੇ ਉਹਦੇ ਤੇ 300 ਐਂਪੀਅਰ ਦਾ ਲੋਡ ਤੇ ਚੱਲ ਨਹੀਂ ਪਾਏਗਾ, ਤੇ ਉਹਦੇ ਨਾਲ ਕੀ ਹੋਏਗਾ, ਬ੍ਰੇਕਡਾਊਨਸ ਆਉਣਗੀਆਂ। ਤੇ ਜੇ ਸਾਨੂੰ ਉਹ ਇਨਸੂਲੇਟਡ ਕੰਡਕਟਰ ਉੱਥੇ ਹੋਏਗਾ ਤਾਂ ਸਾਨੂੰ ਉਹਦੇ ਅੰਦਰਲੇ ਜਿਹੜੇ ਕੰਡਕਟਰ ਜਿਹੜੇ ਸਟੈਂਡਸ ਬ੍ਰੇਕ ਹੋਏ ਨੇ ਸਾਨੂੰ ਸ਼ੋ ਨਹੀਂ ਹੋ ਪਾਣਗੇ। ਉਹਦੇ ਕਰਕੇ ਮੇਨਟੇਨੈਂਸ ਕੋਸਟ ਸਾਡੀ ਵੱਧ ਲੱਗੇਗੀ। ਤੇ ਇੱਥੇ ਕੀ ਹੈ, ਕੰਡਕਟਰ ਸਾਨੂੰ ਈਜ਼ੀਲੀ ਜਦੋਂ ਅਸੀਂ ਪੈਟਰੋਲਿੰਗ ਤੇ ਨਿਕਲਾਂਗੇ ਜਾਂ ਅਸੀਂ ਦੇਖਾਂਗੇ ਸੁਪਰਵਿਜ਼ਨ ਦੇ ਵਿੱਚ, ਸਾਨੂੰ ਈਜ਼ੀਲੀ ਉੱਥੇ ਸ਼ੋ ਹੋ ਜਾਏਗਾ ਕਿ ਇੱਥੇ ਕੰਡਕਟਰ ਬ੍ਰੇਕ ਹੈ, ਸਾਡਾ ਬ੍ਰੇਕਡਾਊਨ ਦਾ ਰੀਜ਼ਨ ਇਹੀ ਹੈ। ਤੇ ਉਹਦੀ ਈਜ਼ੀਲੀ ਮਤਲਬ ਕਿ ਚੇਂਜ ਹੋ ਜਾਏਗਾ, ਈਜ਼ੀਲੀ ਉਹਦੀ ਰਿਪੇਅਰ ਮੇਨਟੇਨੈਂਸ ਹੋ ਜਾਏਗੀ। ਇਸ ਕਰਕੇ ਬੇਅਰ ਕੰਡਕਟਰਸ ਹੀ ਮੋਸਟਲੀ ਯੂਜ਼ ਕੀਤੇ ਜਾਂਦੇ ਨੇ, ਤੇ ਜਿਹਦੇ ਨਾਲ ਕਿ ਸਾਡਾ ਕੋਸਟ ਦਾ ਜਿਹੜਾ ਹੈ ਕਿ ਇਫੈਕਟ ਨਹੀਂ ਪੈਂਦਾ ਹੈ ਜ਼ਿਆਦਾ, ਤੇ ਮੇਨਟੇਨੈਂਸ ਵੀ ਈਜ਼ੀਲੀ ਹੁੰਦੀ ਹੈ, ਲਾਈਫ ਵੀ ਅੱਛੀ ਹੁੰਦੀ ਹੈ। ਤੇ ਐਲੂਮੀਨੀਅਮ ਕੰਡਕਟਰ ਲਗਾਉਣ ਦੇ ਨਾਲ ਇਹਦੀ ਸਾਨੂੰ ਲੌਂਗ ਲਾਈਫ ਮਿਲਦੀ ਹੈ, ਤੇ ਇਹਨੂੰ ਇੰਨਾ ਰਿਫਾਈਨ ਕੀਤਾ ਜਾਂਦਾ ਹੈ ਕਿ ਹਰ ਤਰ੍ਹਾਂ ਦੇ ਮੌਸਮ ਦੇ ਵਿੱਚ ਇਹ ਯੂਜ਼ ਕੀਤਾ ਜਾ ਸਕੇ। ਠੀਕ ਹੈ ਸਟੂਡੈਂਟਸ, ਇਸ ਲਈ ਇਸ ਕੰਡਕਟਰਸ ਨੂੰ ਵੱਧ ਯੂਜ਼ ਕੀਤਾ ਜਾਂਦਾ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਇਫੈਕਟ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ। ਤੇ ਟਾਈਮ ਟੂ ਟਾਈਮ ਹੋਰ ਵੀ ਜਿਹੜੀਆਂ ਕੁਝ ਪ੍ਰੋਬਲਮ ਸਾਨੂੰ ਦਿਖਦੀਆਂ ਨੇ ਉਹ ਵੀ ਦੂਰ ਹੋਣਗੀਆਂ, ਕਿਉਂਕਿ ਸਾਡੀ ਟੈਕਨੋਲੋਜੀ ਇੰਨੀ ਜ਼ਿਆਦਾ ਤਰੱਕੀ ਕਰ ਰਹੀ ਹੈ ਤੇ ਹੌਲੀ ਹੌਲੀ ਜਿਹੜੇ ਵੀ ਪ੍ਰੋਬਲਮਸ ਨੇ, ਜਿਹੜੇ ਵੀ ਫਾਲਟਸ ਨੇ, ਉਹ ਦੂਰ ਹੋਣਗੇ। ਤੇ ਮਿਸ਼ਨ ਫਤਿਹ, ਨੈਕਸਟ ਸਟੂਡੈਂਟ, ਲਾਸਟ ਸਲਾਈਡ ਹੈ ਜਿਹੜੀ ਸਾਡੀ, ਉਹ ਮਿਸ਼ਨ ਫਤਿਹ ਦੀ ਹੈ। ਮਿਸ਼ਨ ਫਤਿਹ ਨੂੰ ਸਮਰਪਿਤ ਹੈ ਕਿ ਜਿਹੜਾ ਅੱਜ ਕੱਲ੍ਹ ਮਹਾਮਾਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ, ਉਸ ਨੂੰ ਰੋਕਣ ਦੇ ਵਿੱਚ ਸਾਡੇ ਜਿਹੜੇ ਸੀਐਮ ਨੇ ਪੰਜਾਬ ਦੇ, ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਨੇ ਇੱਕ ਮਿਸ਼ਨ ਫਤਿਹ ਚਲਾਇਆ ਹੈ। ਕਿ ਮਿਸ਼ਨ ਫਤਿਹ ਦਾ ਮਤਲਬ ਹੈ ਕਿ ਅਸੀਂ ਕਰੋਨਾ ਉੱਤੇ ਜਿੱਤ ਪਾਣੀ ਹੈ। ਜਿੱਤ ਕਿੱਦਾਂ ਪਾਣੀ ਹੈ, ਗੱਲਾਂ ਨਾਲ ਨਹੀਂ ਪੈਣੀ। ਜਿੱਤ ਸਾਨੂੰ ਪਾਉਣ ਵਾਸਤੇ ਜਿਵੇਂ ਦੱਸਿਆ ਗਿਆ ਹੈ WHO ਦੁਆਰਾ ਕਿ ਮਾਸਕ ਲਗਾ ਕੇ ਰੱਖੋ, ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਣਾ ਹੈ ਮਾਸਕ ਲਗਾ ਕੇ ਰੱਖੋ, ਤੇ ਥੋੜੀ ਥੋੜੀ ਦੇਰ ਬਾਅਦ ਹੱਥਾਂ ਨੂੰ ਧੋਂਦੇ ਰਹੋ। ਜੇ ਉੱਥੇ ਤੁਸੀਂ ਬਾਹਰ ਹੋ, ਉੱਥੇ ਸਾਡੇ ਕੋਲ ਸਾਬਣ ਜਾਂ ਪਾਣੀ ਦੀ ਉੱਥੇ ਮਤਲਬ ਕਿ ਹੈ ਨਹੀਂ, ਸਾਡੇ ਕੋਲ ਅਵੇਲੇਬਿਲਟੀ ਨਹੀਂ ਹੈ, ਤੇ ਅਸੀਂ ਆਪਣੇ ਕੋਲ ਇੱਕ ਸੈਨੀਟਾਈਜ਼ਰ ਰੱਖੀਏ ਕਿ ਥੋੜੀ ਥੋੜੀ ਦੇਰ ਬਾਅਦ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰਦੇ ਰਹੀਏ। ਜੇ ਕਿਤੇ ਵੀ ਸਾਡੇ ਹੱਥ ਲੱਗਦੇ ਨੇ ਕਿਸੇ ਤਰ੍ਹਾਂ ਦੇ ਜਰਮਸ ਜਾਂ ਕਰੋਨਾ ਦੇ ਸਾਨੂੰ ਜਰਮਸ ਕਿਤੇ ਲੱਗ ਜਾਂਦੇ ਨੇ, ਤੇ ਉਹ ਨਾਲ ਦੀ ਨਾਲ ਸਾਫ਼ ਹੁੰਦੇ ਰਹਿਣ, ਤਾਂ ਕਿ ਸਾਡੇ ਉਹ ਹੱਥ ਸਾਡੇ ਫੇਸ ਨੂੰ, ਸਾਡੀ ਬੋਡੀ ਨੂੰ ਨਾ ਲੱਗਣ, ਤਾਂ ਕਿ ਉਹ ਜਰਮਸ ਸਾਡੀ ਬੋਡੀ ਤੇ ਸਾਡੇ ਫੇਸ ਤੇ ਥਰੂ ਸਾਡੇ ਸਰੀਰ ਦੇ ਅੰਦਰ ਨਾ ਆ ਜਾਣ ਤੇ ਸਾਨੂੰ ਇਫੈਕਟ ਨਾ ਕਰਨ। ਇਸ ਕਰਕੇ ਟਾਈਮ ਟੂ ਟਾਈਮ ਹੱਥ ਧੋਂਦੇ ਰਹੋ, ਕਿਸੇ ਵੀ ਸਾਬਣ ਜਾਂ ਹੈਂਡ ਵਾਸ਼ ਦੇ ਨਾਲ ਘੱਟੋ ਘੱਟ 20 ਸਕਿੰਟ ਵਾਸਤੇ ਹੱਥ ਧੋਵੋ ਤੇ ਸੈਨੀਟਾਈਜ਼ ਕਰਦੇ ਰਹੋ। ਤੇ ਇੱਕ ਚੀਜ਼ ਹੋਰ ਹੈ, ਜਿਹੜਾ ਇਹ ਵੱਧ ਰਿਹਾ ਹੈ ਹੁਣ, ਅਸੀਂ ਦੇਖ ਰਹੇ ਕਿ ਪੰਜਾਬ ਦੇ ਵਿੱਚ ਰੋਜ਼ ਦੇ ਕੇਸਿਸ ਬਹੁਤ ਵੱਧ ਰਹੇ ਨੇ। ਉਹ ਇਫੈਕਟ ਕੀ ਆ ਰਿਹਾ, ਕਿਉਂਕਿ ਸਭ ਕੁਝ ਓਪਨ ਹੋ ਚੁੱਕਾ, ਲੋਕਡਾਊਨ ਤੱਕ ਖੁੱਲ ਚੁੱਕਾ ਹੁਣ, ਹਰ ਕੋਈ ਆਪਣੇ ਕੰਮਾਂ ਤੇ ਜਾ ਰਿਹਾ, ਸਭ ਕੁਝ ਦੇਖ ਰਿਹਾ, ਬਟ ਅਸੀਂ ਇਹ ਦੇਖ ਰਹੇ ਹਾਂ ਕਿ ਯਾਰ ਇਹ ਮੇਰਾ ਫਰੈਂਡ ਹੈ, ਇਹ ਮੇਰਾ ਰਿਲੇਟਿਵ ਹੈ, ਇਹ ਮੇਰਾ ਨੇਬਰਰ ਹੈ, ਤੇ ਅਸੀਂ ਇਹਦੇ ਨਾਲ ਮਾਸਕ ਤੋਂ ਬਿਨਾਂ ਕਰ ਸਕਦੇ ਹਾਂ ਗੱਲ, ਕੋਈ ਦਿੱਕਤ ਨਹੀਂ ਹੈ, ਠੀਕ ਠਾਕ ਹੈ, ਕੋਈ ਚੱਕਰ ਨਹੀਂ। ਅਸੀਂ ਇਹਦੇ ਨਾਲ ਹੱਥ ਮਿਲਾ ਸਕਦੇ ਹਾਂ, ਬੈਠ ਕੇ ਖਾ ਪੀ ਸਕਦੇ ਹਾਂ, ਇੱਕ ਜਗ੍ਹਾ ਤੇ ਬੈਠ ਸਕਦੇ ਹਾਂ, ਦੂਰੀ ਦਾ ਅਸੀਂ ਧਿਆਨ ਨਹੀਂ ਰੱਖਦੇ, ਗੱਲਾਂ ਕਰਦੇ ਹਾਂ। ਬਟ ਇਹ ਚੀਜ਼ ਇਫੈਕਟ ਇਹੀ ਕਰਦੀ ਹੈ ਕਿਉਂਕਿ ਕਿਸੇ ਨੂੰ ਨਹੀਂ ਪਤਾ ਕਿ ਉਹਨੂੰ ਜਰਮਸ ਲੱਗੇ ਨੇ ਜਾਂ ਉਹਦੇ ਅੰਦਰ ਇਹ ਬਿਮਾਰੀ ਆ ਚੁੱਕੀ ਹੈ, ਨਹੀਂ ਆ ਚੁੱਕੀ, ਕਿਸੇ ਨੂੰ ਨਹੀਂ ਪਤਾ, ਕਿਉਂਕਿ ਇਹਦੇ ਸਿੰਪਟਮਸ ਕਈ ਦਿਨਾਂ ਬਾਅਦ ਆਉਂਦੇ ਨੇ। ਇਸ ਕਰਕੇ ਸਾਨੂੰ ਨਹੀਂ ਪਤਾ ਲੱਗਦਾ। ਫਿਰ ਜਿੰਨੀ ਦੇਰ ਨੂੰ ਸਿੰਪਟਮਸ ਆਉਂਦੇ ਨੇ ਉਨੀ ਦੇਰ ਨੂੰ ਅਸੀਂ ਇਸ ਚੀਜ਼ ਨੂੰ ਡਿਸਟ੍ਰੀਬਿਊਟ ਇੰਨਾ ਕਰ ਚੁੱਕੇ ਹੁੰਦੇ ਆ ਕਿ ਉਹ ਫੈਲ ਜਾਂਦੇ, ਫਿਰ ਇਸ ਕਰਕੇ ਇਕੱਠੇ ਕੇਸਿਸ ਆ ਜਾਂਦੇ ਨੇ। ਫਿਰ ਅਸੀਂ ਦੇਖਦੇ ਹਾਂ ਕਿ ਯਾਰ ਇੰਨੇ ਕੇਸ ਆ ਗਏ, ਇੰਨੇ ਕੇਸ ਆ ਗਏ। ਇਹੀ ਸਾਡਾ ਇਫੈਕਟ ਹੈ ਕਿ ਅਸੀਂ ਇਸ ਚੀਜ਼ ਨੂੰ ਮਤਲਬ ਕਿ ਦੇਖ ਨਹੀਂ ਰਹੇ, ਪ੍ਰੋਪਰਲੀ ਤਰੀਕੇ ਨਾਲ ਨਹੀਂ ਰਹਿ ਰਹੇ। WHO ਨੇ ਜਿਹੜੇ ਸਾਨੂੰ ਦੱਸਿਆ ਹੋਇਆ ਅਸੀਂ ਉਹਨੂੰ ਫੋਲੋ ਨਹੀਂ ਕਰ ਰਹੇ, ਜਿਹਦੇ ਨਾਲ ਕਿ ਸਾਡਾ ਆਪਣਾ ਨੁਕਸਾਨ ਹੈ, ਸਾਡੇ ਪਰਿਵਾਰ ਦਾ ਨੁਕਸਾਨ ਹੈ। ਸੋ ਪਲੀਜ਼ ਸਟੂਡੈਂਟਸ, ਤੇ ਮਾਸਕ ਲਗਾਓ, ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਮਾਸਕ ਲਗਾਓ ਤੇ ਸੈਨੀਟਾਈਜ਼ ਕਰਦੇ ਰਹੋ, ਤਾਂ ਕਿ ਤੁਸੀਂ ਕਰੋਨਾ ਨਾਲ ਫਾਈਟ ਕਰ ਸਕੋ ਤੇ ਮਿਸ਼ਨ ਫਤਿਹ ਤੁਹਾਡਾ ਪੂਰਾ ਹੋ ਸਕੇ। ਤੇ ਆਹ ਰੈਫਰੈਂਸ ਹੈ ਮੇਰਾ, ਜਿੱਥੋਂ ਮੈਂ ਇਹ ਸਲਾਈਡਸ ਬਣਾਈਆਂ ਨੇ, ਪੀਪੀਟੀ ਤਿਆਰ ਕੀਤੀ ਹੈ। ਥੈਂਕ ਯੂ ਸਟੂਡੈਂਟਸ। ਜੇ ਕਿਸੇ ਦਾ ਕੋਈ ਡਾਊਟ ਹੋਵੇ ਤਾਂ ਮੇਰਾ ਇੱਥੇ ਡਿਟੇਲਸ ਦਿੱਤੀਆਂ ਹੋਈਆਂ, ਮੇਰਾ ਫੋਨ ਨੰਬਰ ਹੈ, ਮੇਰੀ ਈਮੇਲ ਆਈਡੀ ਹੈ, ਪਲੀਜ਼ ਮੈਨੂੰ ਇਸ ਤੇ ਕੰਟੈਕਟ ਕਰ ਸਕਦੇ ਹੋ ਤੁਸੀਂ। ਜੋ ਵੀ ਡਾਊਟ ਹੈ ਤੁਹਾਡੇ ਮੈਨੂੰ ਇਸ ਤੇ ਪੁੱਛ ਸਕਦੇ ਹੋ। ਥੈਂਕ ਯੂ
ਵੈਰੀ ਮਚ। ਜੇ ਕਿਸੇ ਦਾ ਡਾਊਟ ਹੈ ਤੇ ਹੁਣ ਵੀ ਪੁੱਛ ਸਕਦਾ, ਨਹੀਂ ਤਾਂ ਮੇਰੇ ਡਿਟੇਲਸ ਇਸ ਦਿੱਤੀਆਂ ਗਈਆਂ ਨੇ, ਸ਼ੋ ਹੋ ਰਹੀਆਂ ਨੇ, ਕਰ ਸਕਦੇ ਹੋ ਗੱਲ। ਸਟੂਡੈਂਟਸ ਆਪਣੀ ਵੱਲੋਂ ਮੈਂ ਤੁਹਾਨੂੰ ਸਿੰਪਲ ਵੇ ਦੇ ਵਿੱਚ ਪੀਪੀਟੀ ਬਣਾ ਕੇ, ਮਤਲਬ ਕਿ ਸਲਾਈਡਸ ਬਣਾ ਕੇ ਸਿੰਪਲ ਵੇ ਦੇ ਵਿੱਚ ਪਿਕਚਰਸ ਤੁਹਾਨੂੰ ਸ਼ੋ ਕੀਤੀਆਂ ਨੇ ਕੰਡਕਟਰਸ ਦੀਆਂ, ਜਿਹਦੇ ਨਾਲ ਕਿ ਤੁਹਾਨੂੰ ਈਜ਼ੀਲੀ ਸਮਝ ਆ ਸਕੇ ਤੇ ਕਿਸੇ ਤਰ੍ਹਾਂ ਦਾ ਡਾਊਟ ਨਾ ਰਵੇ, ਕਿਉਂਕਿ ਕੰਡਕਟਰਸ ਪ੍ਰੋਪਰ ਸ਼ੋ ਹੋ ਰਹੇ ਨੇ ਤੁਹਾਨੂੰ, ਪ੍ਰੋਪਰ ਇਹਨਾਂ ਬਾਰੇ ਸਿੱਧਾ ਲੈਂਗੁਏਜ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਹੈ। ਤੇ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਏਗਾ, ਕਲੀਅਰ ਹੋ ਗਿਆ ਹੋਏਗਾ, ਕਿਸੇ ਤਰ੍ਹਾਂ ਦਾ ਕੋਈ ਡਾਊਟ ਨਹੀਂ ਰਿਹਾ ਹੋਏਗਾ। ਕਿਉਂਕਿ ਜ਼ਿਆਦਾ ਜੇ ਇਹਨਾਂ ਦਾ ਡੀਪਲੀ ਦੱਸਣ ਦਾ ਕੋਈ ਮਤਲਬ ਨਹੀਂ ਹੈ, ਤੁਹਾਡੇ ਸਿਲੇਬਸ ਦੇ ਅਕੋਰਡਿੰਗ ਵਧੀਆ ਤਰੀਕੇ ਨਾਲ ਤੁਹਾਨੂੰ ਇਹ ਦੱਸਿਆ ਗਿਆ। ਆਪਣੀ ਵੱਲੋਂ ਮੈਂ ਆਪਣਾ ਬੈਸਟ ਦੱਸਿਆ ਹੈ ਤੁਹਾਨੂੰ। ਬਾਕੀ ਜੇ ਕੁਝ ਰਹਿ ਗਿਆ ਹੋਏ ਤਾਂ ਤੁਸੀਂ ਦੱਸ ਸਕਦੇ ਹੋ, ਪੁੱਛ ਸਕਦੇ ਹੋ ਕੁਝ। ਸਰਵਜੀਤ ਸਰ, ਬਚਿੱਤਰ ਸਿੰਘ ਜੀ ਨੇ ਹੱਥ ਖੜਾ ਕੀਤਾ ਹੈ, ਉਹਨੂੰ ਪੁੱਛ ਲਓ ਕੋਈ ਹੈ ਡਾਊਟ ਤਾਂ। ਹਾਂਜੀ ਹਾਂਜੀ ਸਰ, ਬੋਲੋ ਜੀ ਬਚਿੱਤਰ ਸਿੰਘ ਜੀ, ਦੱਸੋ ਜੀ। ਰਿਸ਼ੀ ਕੁਮਾਰ ਜੀ, ਥੈਂਕ ਯੂ ਜੀ। ਸਰ ਕੋਈ ਕੁਐਰੀ ਨਹੀਂ ਆ ਰਹੀ ਨਾ? ਹਾਂਜੀ ਹਾਂਜੀ ਠੀਕ ਹੈ ਤੇ ਸਰ। ਆਪਾਂ ਇਹਨੂੰ ਕਰ ਦਈਏ, ਸਾਮਾ ਪੈਂਡ ਕਰ ਦਈਏ? ਹਾਂਜੀ ਹਾਂਜੀ ਸਰ, ਲੀਵ ਕਰ। ਠੀਕ ਹੈ ਸਰ, ਥੈਂਕ ਯੂ ਵੈਰੀ ਮਚ, ਸੋ ਓਕੇ ਜੀ, ਨਾਈਸ। ਥੈਂਕ ਯੂ। ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ। ਸਟੂਡੈਂਟਸ, ਥੈਂਕ ਯੂ, ਥੈਂਕ ਯੂ।